चलो नेक्स्ट टॉपिक अपने को लानियां हुन दो तीन छोटी छोटी डेरिवेशंस ने, ठीक है, फ्रिक्शन दे अंदर ही। उन्हां चों पहली हैगी है तुहाडे कोल एक्सेलरेशन ऑफ ए बॉडी, acceleration of a body down and आवाज आ रही बेटा? यस सर। आज रिकॉर्डिंग लेके नहीं आ रहा सामने। आ गया। हाँ जी, नैक्सट पुट टॉपिक जो अपने को हैगा टॉपिक हैगा कि एक्सेलरेशन कैलकुलेट करो किसी बॉडी की जो कोई इनकलाइंड प्लेन पे बॉडी मूव कर दी। और इनकलाइंड प्लेन ते असी नाल कंडीशन ले रहे हैं कि इनकलाइंड प्लेन ते फ्रिक्शन इन्वॉल्व, यानी जे कोई बॉडी किसी इनकलाइंड प्लेन पे मूव कर दी आएगी, ठीक है, तो इस इनकलाइंड प्लेन पे बॉडी दी एक्सेलरेशन कितनी होएगी। आ मेरे को एक पेन हैगा, जे नु मैं तो वर्टिकल ऐसा च ड्रॉप कर दवा, इच एक्सेलरेशन कितनी हुंदी आ जी सर 9.8 9.8, यानी इक्वल टू एक्सेलरेशन ड्यू टू ग्रेविटी। ਹੁਣ ਉਹ ਕਹਿੰਦਾ ਪੁੱਤ ਜੇ ਬੋਡੀ ਵਰਟੀਕਲ ਫਾਲ ਨਾ ਕਰਕੇ ਬੋਡੀ ਆ ਇਨਕਲਾਈਨਡ ਪਲੇਨ ਤੇ ਫਾਲ ਕਰੇ, ਤੇ ਜਦੋਂ ਇਨਕਲਾਈਨਡ ਪਲੇਨ ਤੇ ਫਾਲ ਕਰੇਗੀ ਨਾ, ਔਰ ਇਨਕਲਾਈਨਡ ਪਲੇਨ ਤੇ ਫ੍ਰਿਕਸ਼ਨ ਇਨਵੋਲਵਡ ਆ, ਯਾਨੀ ਇੱਕ ਰਫ ਸਰਫੇਸ ਆ, ਤੇ ਉਦੋਂ ਮੇਰੀ ਐਕਸਲਰੇਸ਼ਨ ਕਿੰਨੀ, ਅਸੀਂ ਉਹਦਾ ਇੱਕ ਫਾਰਮੂਲਾ ਡਰਾਈਵ ਕਰਕੇ ਦੇ ਲੱਗੇ ਕਿ ਜਦੋਂ ਬੋਡੀ ਕਿਸੇ ਇਨਕਲਾਈਨਡ ਪਲੇਨ ਤੇ ਡਾਊਨਵਰਡ ਇਨਕਲਾਈਨਡ ਆਂਦੀ ਆ, ਹੈ ਨਾ, ਡਾਊਨਵਰਡ ਆਂਦੀ ਆ ਔਰ ਐਕਸਲਰੇਟ ਕਰਕੇ ਆ ਰਹੀ ਹੈ, ਠੀਕ ਹੈ, ਉਦੋਂ ਐਸ ਸੱਚ ਇਹਦੀ ਐਕਸਲਰੇਸ਼ਨ ਕਿੰਨੀ, ਉਹਨੂੰ ਕੈਲਕੂਲੇਟ ਕਰਨ ਵਾਸਤੇ ਆਪਾਂ ਫਿਗਰ ਦੇ ਅੰਦਰ ਕੱਲ ਵਾਲੇ ਪਾਰਟ ਐਸ ਸੱਚ ਕੱਲ ਜਿਹੜੀ ਫਿਗਰ ਕੀਤੀ ਸੀ ਐਸ ਸੱਚ ਉਹੀ ਇਨਵੋਲਵਡ ਹੈਗੀ ਆ, ਉਹ ਚ ਚੇਂਜ ਕੀਤੇ ਉਹ ਇੱਕ ਵਰਡ ਦੱਸੂਗਾ, ਉਹਨੂੰ ਧਿਆਨ ਨਾਲ ਸੁਣ ਲਈ। ਜਦੋਂ ਬੋਡੀ ਇਨਕਲਾਈਨਡ ਸਰਫੇਸ ਤੇ ਮੂਵ ਕਰਦੀ ਇਹ ਤੇ ਕਿਹੜੀ ਕਿਹੜੀ ਫੋਰਸ ਲਾਈ ਕਰ ਰਹੀ ਆ? weight of the body, weight of the body, ਹੋਰ ਉਸ ਤੋਂ ਇਲਾਵਾ the reactional force that is balancing the weight, reactional force perpendicular to the given surface, यानी जे मैं इथे लगा ते ਇਹਦਾ weight ਜਿਹੜਾ ਉਹ vertically downward ਆ ਗਿਆ और reactional force इस surface ਦੇ perpendicular, ਤੇ ਇਹਨਾਂ ਕਲੀਅਰ ਆ, ਇਹ 'ਚ ਕੋਈ ਡਾਊਟ ਤਾਂ ਨਹੀਂ? clear sir? yes sir। ਚਲ ਇਸ ਤੋਂ ਬਾਅਦ ਆਪਾਂ ਕਿਹਾ ਸੀਗਾ ਕਿ ਵੀ ਜੇ ਇਸ ਮੂਵਮੈਂਟ ਤੇ ਆਪਾਂ weight ਨੂੰ ਰਿਜ਼ੋਲਵ ਕਰ ਦਈਏ, ਸਪਲਿਟ ਕਰੀਏ, ਹਨਾ, ਤੇ weight ਦੀ ਪੁੱਤ ਰੈਜ਼ੋਲੂਸ਼ਨ ਕਰਨ ਵੇਲੇ ਇੱਥੇ ਐਂਗਲ ਮੈਂ ਕੋ ਥੀਟਾ ਲੈ ਲਿਆ, ਔਰ ਇੱਥੇ ਕੰਡੀਸ਼ਨ ਆਵਾ ਇੱਕ ਦਿਮਾਗ 'ਚ ਰੱਖਿਓ ਕਿ ਇਹ ਥੀਟਾ ਦੀ ਵੈਲਿਊ ਕੱਲ ਜਿਹੜਾ ਐਲਫਾ ਕੰਸੀਡਰ ਕੀਤਾ ਸੀ ਐਂਗਲ ਆਫ ਸਲਾਈਡਿੰਗ ਉਹ ਤੋਂ ਜ਼ਿਆਦਾ ਵਾ, ਠੀਕ ਹੈ, ਯਾਨੀ ਇਹ ਥੀਟਾ ਐਂਗਲ ਆਪਾਂ ਇਹਨੂੰ ਐਂਗਲ ਆਫ ਫ੍ਰਿਕਸ਼ਨ ਨਹੀਂ ਕਹਿ ਰਹੇ, ਆਪਾਂ ਇੱਕ ਜਨਰਲ ਐਂਗਲ ਲੈ ਰਹੇ ਹਾਂ ਕਿ ਜਿਹੜਾ ਇਨਕਲਾਈਨਡ ਪਲੇਨ ਨੇ ਹੌਰੀਜ਼ੌਂਟਲ ਪਲੇਨ ਨਾਲ ਬਣਾਇਆ, ਔਰ ਇਹ ਇਨਕਲਾਈਨਡ ਪਲੇਨ ਦਾ ਜਿਹੜਾ ਐਂਗਲ ਆ ਇਹ ਐਂਗਲ ਆਫ ਸਲਾਈਡਿੰਗ ਜਾਂ ਐਂਗਲ ਆਫ ਰੀਪੋਜ਼ ਤੋਂ ਜ਼ਿਆਦਾ ਵਾ। ਕਿੰਨੀ ਗੱਲ ਸਮਝ ਲੱਗਦੀ ਪਈ? yes sir। ਚਲ ਸੋ ਥੀਟਾ ਦੇ ਬਿਹਾਫ ਤੇ ਜੇ ਮੈਂ mg ਨੂੰ ਸਪਲਿਟ ਕਰਾਂ, ਠੀਕ ਹੈ, ਤੇ mg ਦਾ ਜਿਹੜਾ ਕੰਪੋਨੈਂਟ ਇਸ ਡਾਇਰੈਕਸ਼ਨ ਚ ਆਏਗਾ ਉਹ ਮੇਰੇ ਕੋਲ ਆ ਗਿਆ mg cos थीटा, और ਇਹਦਾ mg ਦਾ ਦੂਜਾ ਕੰਪੋਨੈਂਟ ਕਿੱਧਰ ਨੂੰ ਹੋਊਗਾ? सर मतलब कि जो बॉडी का सेंटर है सर उसकी वजह से आएगा along the inclined से plane, लेफ्ट साइड पे along the inclined ਪਲੇਨ plane, ਦੀ ਆਪਾਂ ਇਦਾਂ ਕਹਿ ਦਿੰਦੇ ਇਨਕਲਾਈਨਡ ਪਲੇਨ ਦੀ ਸਰਫੇਸ ਦੇ ਅਲੋਂਗ ਤੇ ਡਾਊਨਵਰਡ, ਆ ਇਨਕਲਾਈਨਡ ਪਲੇਨ ਆ ਇਹਦੇ ਅਲੋਂਗ ਆਏਗਾ ਤੇ ਡਾਊਨਵਰਡ ਡਾਇਰੈਕਸ਼ਨ ਚ ਹੋਏਗਾ, ਜਿਹੜੀ ਸੈਕਿੰਡ ਕੰਪੋਨੈਂਟ ਤੁਹਾਡਾ ਇਸ ਡਾਇਰੈਕਸ਼ਨ ਚ ਆ ਗਿਆ ਜਿਹਦੀ ਵੈਲਿਊ mg sin ਥੀਟਾ ਹੋਏਗੀ, ਔਰ ਜਦੋਂ ਬੋਡੀ ਡਾਊਨਵਰਡ ਇਨਕਲਾਈਨਡ ਆ, ਹਨਾ, ਡਾਊਨਵਰਡ ਮੂਵ ਕਰਦੀ ਵੀ ਫ੍ਰਿਕਸ਼ਨਲ ਫੋਰਸ ਕਿੱਧਰ ਨੂੰ ਆ? दूसरी तरफ से along the inclined plane but in upward direction, यानी इस जगह पे ਅਸੀਂ ਦਿਖਾ ਦਿੰਦੇ ਕਿ ਵੀ ਆਹ ਥਾਂ ਤੇ ਮੇਰੀ ਫ੍ਰਿਕਸ਼ਨਲ ਫੋਰਸ ਆ, ਠੀਕ ਹੈ, ਇੱਥੇ ਮੇਰੀ ਫ੍ਰਿਕਸ਼ਨਲ ਫੋਰਸ ਆ ਗਈ। ਹੁਣ ਕੱਲ ਵਾਲੀ ਪਹਿਲਾਂ ਐਗਜ਼ਾਮਪਲ ਕੱਲ ਵਾਲੀ ਗੱਲ ਫਿਰ ਦੁਬਾਰਾ ਕਰਨ ਲੱਗਿਆ, ਐਂਗਲ ਆਫ ਸਲਾਈਡਿੰਗ ਕਿਹਨੂੰ ਕਿਹਾ ਸੀ ਆਪਾਂ? ਬੋਲੇਗਾ ਕੋਈ ਹੈ ਨਾ? what is angle of sliding?
सर एंगल ऑफ स्लाइडिंग वो एंगल होता है सर जब एक ऑब्जेक्ट प्लेस्ड होता है किसी सरफेस पे, तो किस एंगल पे हम उसको ऊंचा मतलब कि ऊपर उठाएंगे जिस एंगल पे उसकी स्लाइडिंग मतलब कि ऑन द वर्ज ऑफ मतलब कि बॉडी है ऑन द वर्ज ऑफ मूविंग है सर, वो फिर में एंगल होता है एंगल ऑफ स्लाइडिंग। चलो कोई होर बोलो। रिजुअल एंगल ऑफ स्लाइडिंग की हुंदा? रिजुअल ने माइक ही नहीं ऑन किया। स्नेहा एंगल ऑफ स्लाइडिंग। स्नेहा आवाज आ रही है? हाँ जी सर। फिर बोल नहीं रहे? पढ़िया नहीं ना कल? सर मैं वेट, स्नेहा कल का लेक्चर पढ़िया सारा जिन्ना कराया? सर भुल गई। ਤੇ ਫਿਰ ਜਾਂ ਤਾਂ ਫਿਰ ਬੇਟਾ ਉਹ ਮੂੰਹ ਜੋ ਨਹੀਂ ਇੰਨਾ ਯਾਦ ਹੋਣਾ ਚਾਹੀਦਾ, ਜੇ ਉਦਾਂ ਪੜੇ ਤੁਹਾਨੂੰ ਲੱਗਦਾ ਕਿ ਵੀ ਪੜਨ ਦੀ ਲੋੜ ਨਹੀਂ। ਸਾਹਿਲ सॉरी। ਸਾਹਿਲ ਸਾਹਿਲ बोलेगा? ਸਾਹਿਲ बोलता नहीं पिया? माइक तो माड़ा हाथ चुक के दिखाइए ना वे बेटा। अमनजोत यस सर। एंगल ऑफ स्लाइडिंग किनू कहने आपां? साहिल जी फिर माइक ठीक करो, इदा मैनू की बताऊगा कि भी की हो रहा। अमनजोत एंगल ऑफ स्लाइडिंग किनू कहने आपां? अमन आवाज आ रही है? हाँ जी, ਆਪਾਂ ਇੰਨੀ ਗੱਲ ਕਹਿ ਰਹੇ ਸੀਗੇ ਕਿ ਜਦੋਂ ਬਾਡੀ ਨੇ ਡਾਊਨਵਰਡ ਡਾਇਰੈਕਸ਼ਨ ਚ ਇਨਕਲਾਈਨਡ ਪਲੇਨ ਤੇ ਐਕਸਲਰੇਟ ਕਰਨਾ ਵਾ ਤੇ ਉਦੋਂ ਆ ਜਿਹੜੀਆਂ ਫੋਰਸਸ ਨੇ ਇਹਦਾ ਮਤਲਬ ਇਹ ਆਪਸ ਵਿੱਚ ਇਕੁਅਲ ਨਹੀਂ ਹੋਣਗੀ। ਠੀਕ ਹੈ, ਬਾਡੀ ਐਕਸਲਰੇਟ ਉਦੋਂ ਕਰਦੀ ਜਦੋਂ ਬਾਡੀ ਤੇ ਕੁਝ ਨੈਟ ਫੋਰਸ ਲੱਗਦੀ ਹੋਵੇ। ਇਸ ਵੇਲੇ ਬਾਡੀ ਤੇ ਜਿਹੜੀ ਜਿਹੜੀ ਫੋਰਸ ਆ ਉਹਦੇ ਵਿੱਚੋਂ ਚੱਲੀਏ ਤੇ ਜਿਹੜੀ ਆ ਮੇਰੇ ਕੋਲ ਇਨਕਲਾਈਨਡ ਪਲੇਨ ਦੇ ਪਰਪੈਂਡੀਕੂਲਰ ਆਰ ਵਾ ਤੇ ਇਧਰੋਂ mg cos ਥੀਟਾ ਵਾ। ਇਹਨਾਂ ਦੋ ਫੋਰਸਿਸ ਦੇ ਵਿੱਚੋਂ ਕੋਈ ਵੀ ਫੋਰਸ ਜਿਹੜੀ ਆ ਉਹ ਨਾ ਤਾਂ ਬਾਡੀ ਨੂੰ ਅਪਵਰਡ ਲੈ ਕੇ ਜਾ ਪਾ ਰਹੀ ਇਨਕਲਾਈਨਡ ਪਲੇਨ ਤੋਂ ਉੱਪਰ ਚੁੱਕਦੀ ਪਈ, ਠੀਕ ਹੈ, ਤੇ ਨਾ ਹੀ ਅੰਦਰ ਨੂੰ ਲੈ ਕੇ ਜਾ ਰਹੀ, ਯਾਨੀ r ਤੇ mg cos ਥੀਟਾ ਆਪਸ ਵਿੱਚ ਇਕੁਅਲ ਆ, ਪਰ mg sin ਥੀਟਾ ਤੇ f ਕੱਲ ਵਾਲੇ ਟੌਪਿਕ 'ਚ ਇਕੁਅਲ ਸੀਗੇ, ਕਿਉਂਕਿ ਜਦੋਂ ਤੁਸੀਂ ਐਂਗਲ ਆਫ ਸਲਾਈਡਿੰਗ ਨੂੰ ਡਿਫਾਈਨ ਕੀਤਾ ਤੁਸੀਂ ਕਿਹਾ ਕਿ ਵੀ ਬਾਡੀ ਜਿਹੜੀ ਆ ਉਹ 'ਚ ਕੋਈ ਐਕਸਲਰੇਸ਼ਨ ਨਹੀਂ ਹੈਗੀ, ਬਾਡੀ ਰੈਸਟ ਵਿੱਚ ਵਾ, ਜਾਂ ਬਾਡੀ ਜਿਹੜੀ ਆ ਜੇ ਮੂਵ ਕਰਨਾ ਸ਼ੁਰੂ ਵੀ ਕਰ ਦੇਵੇ ਤੇ ਬਾਡੀ ਯੂਨੀਫਾਰਮ ਮੋਸ਼ਨ 'ਚ ਇਨਕਲਾਈਨਡ ਪਲੇਨ ਤੇ ਆ ਰਹੀ ਹੈ। ਵਰਡ ਦਿਮਾਗ 'ਚ ਰੱਖੋ ਜੋ ਦੱਸਦਾ ਪਿਆ। ਬਾਡੀ ਜਿਹੜੀ ਆ ਨਿਊਟਨ ਦਾ ਫਰਸਟ ਲਾਅ ਇਹ ਕਹਿੰਦਾ ਬਾਡੀ ਰਿਮੇਨ ਇਨ ਦਾ ਸਟੇਟ ਆਫ ਰੈਸਟ ਔਰ ਇਨ ਦਾ ਸਟੇਟ ਆਫ ਯੂਨੀਫਾਰਮ ਮੋਸ਼ਨ ਅਨਲੈਸ ਨੈਟ ਫੋਰਸ ਵਿਲ ਐਕਟ ਔਨ ਦਾ ਬਾਡੀ। ਜਦੋਂ ਤੱਕ ਬਾਡੀ ਤੇ ਨੈਟ ਫੋਰਸ ਨਹੀਂ ਲੱਗਦੀ ਬਾਡੀ ਰੈਸਟ ਵਿੱਚ ਆ ਤੇ ਰੈਸਟ ਵਿੱਚ ਹੀ ਬਾਡੀ ਯੂਨੀਫਾਰਮ ਮੋਸ਼ਨ 'ਚ ਆ ਤੇ ਯੂਨੀਫਾਰਮ ਮੋਸ਼ਨ ਦੇ ਅੰਦਰ ਮੇਨਟੇਨ ਰਹਿੰਦੀ ਆ, ਠੀਕ ਹੈ, ਜਦੋਂ ਤੱਕ ਤੁਸੀਂ ਕੋਈ ਐਕਸਟਰਨਲ ਨੈਟ ਫੋਰਸ ਨਹੀਂ ਲਗਾ ਰਹੇ। ਇਹਨੀ ਗੱਲ ਸਮਝ ਲੱਗਦੀ ਪਈ? यस सर ਇਸ ਲਈ ਇਸ ਵੇਲੇ ਇਹਦੇ ਵਿੱਚ r ਤੇ mg cos ਥੀਟਾ ਦਾ ਬੈਲੈਂਸ ਹੈਗਾ ਵਾ, ਪਰ mg sin ਥੀਟਾ ਤੇ f ਬੈਲੈਂਸ ਨਹੀਂ ਹੈਗੇ। ਜੇ ਇਹ ਬੈਲੈਂਸ ਆ ਤੇ ਉਦੋਂ ਐਸ ਸੱਚ ਮੇਰੇ ਕੋਲ ਬਾਡੀ ਦੇ ਅੰਦਰ ਕੋਈ ਐਕਸਲਰੇਸ਼ਨ ਨਹੀਂ ਆਏਗੀ, ਬਾਡੀ ਰੈਸਟ ਵਿੱਚ ਆ ਤੇ ਰੈਸਟ ਵਿੱਚ ਰਹਿ ਸਕਦੀ, ਬਾਡੀ ਇਨਕਲਾਈਨਡ ਪਲੇਨ ਤੇ ਇੱਕ ਕਾਂਸਟੈਂਟ ਸਪੀਡ ਨਾਲ ਮੂਵ ਕਰ ਸਕਦੀ ਹੈ। ਪਰ ਹੁਣ ਇਹ ਵਾਲੇ ਟੌਪਿਕ ਦੀ ਗੱਲ ਕਰਾਂ ਤੇ ਐਕਸਲਰੇਸ਼ਨ ਕੱਢਣੀ ਆ, ਇਸ ਲਈ ਆਪਣੇ ਕੋਲ ਇੱਥੇ ਕੰਡੀਸ਼ਨ ਇਹ ਆ ਜਾਏਗੀ here r equal to r balance ਹੈਗਾ mg cos theta ਨਾਲ ਤੇ net force acting on the body, net force along inclined plane, inclined plane ਦੇ along net force ਲਿਖਣੀ ਆ f equal to ਤੇ ਮੈਨੂੰ ਹੁਣ ਇਹ ਦੱਸੋਗੇ ਇਹਨਾਂ ਦੋਨਾਂ ਚੋਂ ਕਿਹੜੀ ਗ੍ਰੇਟਰ ਗਿਣਨੀ ਆਪਾਂ? mg sin theta mg sin mg theta sin theta। बॉडी डाउनवर्ड जा रही और दूजी गल वैसे भी दिमाग च रखियो फ्रिक्शनल फोर्स किसी भी मूवमेंट ते जिहड़ी आ किसी दूसरी फोर्स तो ग्रेटर नहीं रहीदी असी, नहीं तो फिर फ्रिक्शन दी डायरेक्शन च दा मतलब बॉडी चलेगी।
ਤੇ ਫ੍ਰਿਕਸ਼ਨ ਮੋਸ਼ਨ ਨੂੰ ਅਪੋਜ਼ ਕਰਦੀ ਆ, ਠੀਕ ਹੈ, ਫ੍ਰਿਕਸ਼ਨ ਜਿਹੜੀ ਮੋਸ਼ਨ ਨੂੰ ਸਪੋਰਟ ਨਹੀਂ ਕਰਦੀ। ਇਸ ਲਈ ਇਸ ਕੇਸ ਦੇ ਅੰਦਰ ਜਦੋਂ ਨੈਟ ਫੋਰਸ ਲਿਖਾਂਗੇ ਤੇ mg sin θ ਮਾਈਨਸ ਫੋਰਸ ਆਫ ਫ੍ਰਿਕਸ਼ਨ। ਕਲੀਅਰ ਆ ਵਾਲਾ ਸਟੈਪ? yes sir. हाँ जी सर। ਬਟ f ਇਕੁਅਲ ਟੂ ਲਿਖ ਦੋ ma ਤੇ ਇਸ f ਦੀ ਵੈਲਿਊ ਭਰਨੀ ਅਸੀਂ। ਸਾਨੂੰ ਜਦੋਂ ਵੀ ਕੋਈ ਐਸਐਚ ਫ੍ਰਿਕਸ਼ਨ ਦਾ ਕੇਸ ਹੋਏਗਾ, ਦਿਮਾਗ 'ਚ ਰੱਖਿਓ ਗੱਲ, ਹਮੇਸ਼ਾ ਫ੍ਰਿਕਸ਼ਨ ਦੇ ਕੇਸ ਦੇ ਅੰਦਰ ਮਿਊ ਗਿਵਨ ਹੋਏਗਾ। ਕੱਲ ਆਪਾਂ ਗੱਲ ਕੀਤੀ ਸੀ ਮਿਊ ਕਿਹਨੂੰ ਕਹਿੰਦੇ ਆ? ਮਿਊ ਸੀਗਾ ਤੁਹਾਡੇ ਕੋਲ ਕੋਐਫੀਸ਼ੀਐਂਟ ਆਫ ਫ੍ਰਿਕਸ਼ਨ ਐਂਡ ਇਟ ਇਜ਼ ਦਾ ਰੇਸ਼ੀਓ ਆਫ ਫੋਰਸ ਆਫ ਫ੍ਰਿਕਸ਼ਨ ਐਂਡ ਨਾਰਮਲ ਰਿਐਕਸ਼ਨ। ਠੀਕ ਆ, ਮਿਊ ਹਮੇਸ਼ਾ f ਨੂੰ ਬਣਾ ਕੇ ਦੇਗਾ। यानी जो न्यूमेरिकल भी करने, थ्योरी भी करनी, अपने को फोर्स ऑफ फ्रिक्शन की पहचान ये होएगी, आइडेंटिफिकेशन ये होएगी कि थोड़े क्वेश्चन च म्यू दिता होएगा। इस मतलब इथों चलिए तो f इक्वल टू म्यू r आ जाएगा। f इक्वल टू म्यू r आ जू ते r दी वैल्यू ऊपर अपना बनाई हुई है। ਇਹਦਾ मतलब ਇਹਦੀ वैल्यू एस सच अपने को म्यू mg cos थीटा आ जाएगी। क्या आ दोनों वैल्यूज क्लियर है? यस Yes, सर। sir. yes sir. Therefore ma equal to mg sin theta minus mu mg cos theta। ਹੁਣ ਸਾਰੇ ਵਿੱਚੋਂ ਚਲਿਏ m ਆਪਣਾ ਕੈਂਸਲ ਹੋ ਜਾਣਾ ਤੇ ਮੈਂ ਨੈਕਸਟ ਲਾਈਨ 'ਚ ਚੱਲਾਂ ਤੇ ਮੇਰੇ ਕੋਲ ਇੱਥੋਂ ਆ ਜਾਏਗਾ a equal to, ਇਧਰੋਂ a ਰਹਿ ਗਿਆ, m ਸਾਰੇ ਚੋਂ ਕੈਂਸਲ ਕਰ ਚੁੱਕੇ ਆਪਾਂ, g sin theta minus mu g cos theta, g ਕਾਮਨ ਕੱਢ ਲਓ, a equal to आ गया g into sin theta minus mu cos theta। यानी आ एक्सेलरेशन दी वैल्यू आएगी ਜਦੋਂ बॉडी इनक्लाइंड प्लेन ਤੇ मूव करदी पई डाउनवर्ड डायरेक्शन ਦੇ ਅੰਦਰ। क्या इन्नी गल क्लियर आ? Yes, sir. Yes, sir. ਇਹ ਚ ਕਿਸੇ ਨੂੰ ਕੋਈ ਡਾਊਟ ਹੋਵੇ ਸਟੈਪ ਦਾ ਤੇ ਬੋਲੋ ਇੱਕ ਵਾਰੀ ਪਹਿਲਾਂ, ਜਲਦੀ ਜਲਦੀ। नो सर। ਤੁਸੀਂ ਵਾਲਾ ਮਾਸ ਦੀ ਕਟਿੰਗ ਕੀਤੀ ਹੈ? ਮਾਸ ਸਾਰੇ ਪਾਸੇ ਕਾਮਨ ਹੈਗਾ ਬੇਟਾ, ਇਸ ਲਈ m ਕਾਮਨ ਕੱਢ ਕੇ ਦੋਨੋਂ ਪਾਸੋਂ ਕੱਟ ਲਾਂਗੇ। ਓਕੇ ਸਰ। ਗੁਰਸਿਮਰਨ ਕਲੀਅਰ ਆ? ਯੈਸ ਸਰ। ਚਲ ਹੁਣ ਐਕਸਲਰੇਸ਼ਨ ਦਾ ਆ ਫਾਰਮੂਲਾ, ਹੁਣ ਗੱਲ ਦੁਬਾਰਾ ਇੱਕ ਵਾਰੀ ਸਮਝਿਓ। ਜੇ ਬਾਡੀ ਕੋਈ ਵਰਟੀਕਲ ਫਾਲ ਕਰੇ, ਫਿਰ ਵਰਟੀਕਲ ਫਾਲ ਕਰਦੀ ਬਾਡੀ 'ਚ ਐਕਸਲਰੇਸ਼ਨ ਕਿੰਨੀ ਹੁੰਦੀ ਹੈ? Acceleration due to gravity. 9.8. एक्सेलरेशन ड्यू टू ग्रेविटी। जे बॉडी इंक्लाइंड प्लेन पे मूव करे, जे बॉडी इंक्लाइंड प्लेन पे मूव करे और इंक्लाइंड प्लेन दे उत्ते बॉडी दे उत्ते सरफेस ते फ्रिक्शन ना होवे ते जे फ्रिक्शन नहीं होगी ते आ म्यू 0 हो जाओ बेटा। यस सर। ते yes जे sir. म्यू 0 हो गया ते उस केस च जेडी एक्सेलरेशन आ वो एक्सेलरेशन दी वैल्यू g sin थीटा दे बराबर है जो। हाँ जी। Yes, sir. yes ठीक है, sir. और जे इनक्लाइंड सरफेस ते फ्रिक्शन भी इन्वॉल्वड है, फिर एक्सेलरेशन दी वैल्यू g into sin थीटा minus mu cos थीटा, तीन वैल्यूज बनियां। ठीक है, जे ਆਪਾਂ ਇਹ ਲਈਏ ਇਹਨਾਂ ਤਿੰਨਾਂ ਵਿੱਚੋਂ ਤੁਸੀਂ ਇੱਕੋ ਫਾਰਮੂਲਾ ਸਿਰਫ ਆ ਯਾਦ ਰੱਖ ਲਓ। ਠੀਕ ਹੈ, ਜੇ ਮੇਰੇ ਕੋਲ ਵਰਟੀਕਲ ਪਲੇਨ ਯਾਨੀ ਵਰਟੀਕਲ ਪਲੇਨ ਆ ਪੈਨ ਦੇ ਅਲੋਂਗ ਆ ਪਲੇਨ ਤੇ ਇਹਦਾ ਗਰਾਊਂਡ ਦੇ ਨਾਲ ਐਂਗਲ ਜਿਹੜਾ ਹੋਏਗਾ ਉਹ 90 ਡਿਗਰੀ ਬਣੂ। Yes, sir. yes ਇੱਥੇ sir. 90 ਡਿਗਰੀ ਹੈ Yes, ਤੇ sir. ਇੱਥੇ sin 90, ਇੱਥੇ cos 90, sin 90 1 ਹੋ ਗਿਆ, cos 90 0 ਹੋ ਗਿਆ। ਇਹਦਾ ਨਾਲ ਆ ਟਰਮ ਸਾਰੀ ਗਈ ਤੇ ਇਹਦੀ ਵੈਲਿਊ 1 ਤੇ ਉਦੋਂ ਇਹ g ਬਣ ਜਾਂਦਾ। ਕਲੀਅਰ ਆ? Yes, sir. yes sir. ਇਸੇ ਫਾਰਮੂਲੇ ਚੋਂ ਵਰਟੀਕਲ ਫਾਲ ਦਾ ਕੇਸ ਵੀ ਬਣ ਜਾਣਾ। ਇਹਦੇ ਵਿੱਚੋਂ ਇਨਕਲਾਈਨਡ ਪਲੇਨ ਤੇ ਜੇ ਸਮੂਥ ਸਰਫੇਸ ਆ, ਠੀਕ ਹੈ ਜੀ, ਉਹਦਾ ਕੇਸ ਵੀ ਬਣ ਜਾਣਾ। ਠੀਕ ਹੈ, ਤੇ ਜੇ ਇਨਕਲਾਈਨਡ ਪਲੇਨ ਵੀ ਆ ਤੇ ਫ੍ਰਿਕਸ਼ਨ ਵੀ ਇਨਵੋਲਵਡ ਆ ਤੇ ਆਪਣੇ ਕੋਲ ਉਹਦਾ ਫਾਰਮੂਲਾ ਵੀ ਬਣ ਜਾਣਾ। क्या इना क्लियर है सारे नु? Yes, sir. चल इस तो अगला टॉपिक लमा तो नेक्स्ट टॉपिक अपने को जेड़ा बनना छोटा सा टॉपिक है एक्सप्रेशन फॉर वर्क डन in moving a body, expression for work done in moving a body over rough horizontal surface। सिर्फ दो लाइन का उन्हें केस बनाया वा
ठीक है, जे इहदे टॉपिक ਨੂੰ ਸਮਝੋ ਤਾਂ ਉਹਨੇ ਕੀ ਕਿਹਾ ਵਰਕ ਡਨ ਕੈਲਕੂਲੇਟ ਕਰੋ। ਪਰ ਪੁੱਤ ਵਰਕ ਡਨ ਕਦੋਂ ਕੱਢਣਾ? ਕਹਿੰਦਾ ਜੀ ਇਨ ਮੂਵਿੰਗ ਅ ਬੋਡੀ ਓਵਰ ਰਫ ਹੌਰੀਜ਼ੌਂਟਲ ਸਰਫੇਸ। मतलब एक हॉरिजॉन्टल सरफेस आ ਜਿਹਦੇ ਉੱਤੇ फ्रिक्शन इन्वॉल्वड आ ਤੇ ਉਸ फ्रिक्शन वाली सरफेस ਤੇ ਤੁਸੀਂ ਕਿਸੇ ਬੋਡੀ ਨੂੰ ਜਦੋਂ ਮੂਵ ਕਰਾਣੇ ਕਿੰਨਾ ਵਰਕ ਕਿੰਨਾ ਕਰਨਾ ਪਏਗਾ। ਬਿਲਕੁਲ ਸਿੰਪਲ ਜਿਹਾ ਕੇਸ, ਜੇ ਆ ਇੱਕ ਹੌਰੀਜ਼ੌਂਟਲ ਸਰਫੇਸ ਆ ਗਈ, ਇਸ ਹੌਰੀਜ਼ੌਂਟਲ ਸਰਫੇਸ ਤੇ ਆ ਇੱਕ ਨੇ ਕੋਈ ਬਲੌਕ ਪਿਆ, ਇੱਥੇ ਕਿਹੜੀ ਕਿਹੜੀ ਫੋਰਸ ਲਾਈ ਕਰੂ? So weight, The weight or reactional force. एक वेट आ जाएगा which is acting vertically downward और दूसरी reactional force आ ਜਿਹੜੀ ਸਰਫੇਸ ਦੇ ਪਰਪੈਂਡੀਕੂਲਰ ਆ ਤੇ ਸਰਫੇਸ ਇਸ ਲਈ ਹੌਰੀਜ਼ੌਂਟਲ ਤੇ ਪਈ ਆ ਹਨਾ, ਇਸ ਲਈ ਨਾਰਮਲ ਮੇਰੇ ਕੋਲ ਸਟ੍ਰੇਟ ਵੇ mg ਨੂੰ ਬੈਲੈਂਸ ਕਰੇਗਾ। ਕਲੀਅਰ ਹੈ ਨੀ ਗੱਲ? yes, Yes, sir. sir. Yes, sir. ਬੋਡੀ ਜਿਹੜੀ ਆ ਜੇ ਇਹਦੇ ਤੇ ਅਪਲਾਈਡ ਫੋਰਸ ਮੇਰੀ p ਲੱਗੀ, ਠੀਕ ਆ, ਇਸ ਲਈ ਅਪਲਾਈਡ ਫੋਰਸ ਜਿਹੜੀ ਕਿਹਦੇ ਅਗੇਂਸਟ ਲੱਗਣੀ? ਫ੍ਰਿਕਸ਼ਨ ਦੇ। ठीक है, जे अप्लाइड फोर्स फॉरवर्ड लगा रहे हैं, फ्रिक्शन बैकवर्ड दिखा देंगे और बॉडी मेरी मूव करके आ s डिस्टेंस कवर कर दी गई ते जे बॉडी दी s मीटर डिस्प्लेसमेंट हुई है ना, ते फ्रिक्शन दे अगेंस्ट उन्हें जिन्ना वर्क कीता ओदा फार्मूला लिख दो। अपने को वर्क डन दा जनरल फार्मूला की हुंदा? force into displacement. फोर्स इनटू डिस्प्लेसमेंट। कुछ और दिमाग च आंदा होवे किसी दे? fs cos theta, fs cos थीटा पूरा लईए ते fs cos थीटा, पर हजे ओदी गल नहीं करांगा क्योंकि ਆਪਾਂ ਨੂੰ ਲੋੜ ਨਹੀਂ ਹੈਗੀ। हजे अपने लिए सिंपल फार्मूला फोर्स इनटू डिस्प्लेसमेंट ले लांगे, ठीक है। ते अपने को उन्होंने क्या वा, वी नो दैट वर्क डन इक्वल टू, जब इसे वर्क डन डिफाइन करिए, ठीक है, w, ठीक है, वर्क डन इज गिवन बाय w इक्वल टू फोर्स इनटू डिस्प्लेसमेंट। केड़ी फोर्स? अप्लाइड फोर्स। जेडी फोर्स तुसी बॉडी ते अप्लाई कीती है अप्लाइड फोर्स आ, पर बच्चे जे मैं बॉडी नो इस इनक्लाइंड प्लेन ते मूव कराना ते घट्टो घट यानी मिनिमम मैं अप्लाइड फोर्स कितनी लगावां? Sir, जिन्नी Frictional force is just ज़्यादा. जिन्नी फ्रिक्शनल फोर्स हैगी। ਆਪਾਂ ਜਿਹੜਾ ਕੇਸ ਬਣਾਉਣੇ ਪਏ ਇਹ ਲਿਮਿਟਿੰਗ ਫ੍ਰਿਕਸ਼ਨ ਵਾਲਾ ਕੇਸ ਬਣਦਾ ਪਿਆ ਕਿ ਵੀ ਤੁਹਾਡੀ ਅਪਲਾਈਡ ਫੋਰਸ ਘੱਟੋ ਘੱਟ ਮਿਨੀਮਮ ਇਸ ਫ੍ਰਿਕਸ਼ਨਲ ਫੋਰਸ ਦੇ ਬਰਾਬਰ ਲੱਗੇਗੀ। ਅਦਰਵਾਈਜ਼ ਅਪਲਾਈਡ ਫੋਰਸ ਜੇਕਰ ਮੈਂ ਐਸੇ ਕੁਝ ਲਾਈਨਾਂ ਸਮਝਿਓ ਦਿਮਾਗ 'ਚ ਰੱਖਣ ਵਾਲੀਆਂ, ਜੇ ਮੈਂ ਅਪਲਾਈਡ ਫੋਰਸ ਇਸ ਫ੍ਰਿਕਸ਼ਨ ਤੋਂ ਜ਼ਿਆਦਾ ਲਾਈ ਤੇ ਬੋਡੀ ਮੇਰੀ ਹੌਰੀਜ਼ੌਂਟਲ ਸਰਫੇਸ ਤੇ ਜਦੋਂ ਮੂਵ ਕਰੇਗੀ ਬੋਡੀ ਤੇ ਨੈਟ ਫੋਰਸ ਲੱਗੂ? Yes, sir. yes, ਤੇ ਬੋਡੀ ਤੇ ਨੈਟ ਫੋਰਸ ਲੱਗਦੀ ਹੈ ਨਾ, ਤੇ ਇਹਦਾ ਮਤਲਬ ਹੋ ਗਿਆ ਬੋਡੀ ਹੌਰੀਜ਼ੌਂਟਲ ਸਰਫੇਸ ਤੇ ਜਦੋਂ ਮੂਵ ਕਰੇਗੀ ਨਾਲੋਂ ਨਾਲ ਐਕਸਲਰੇਟ ਵੀ ਕਰੇਗੀ। ਠੀਕ ਹੈ, ਅਸੀਂ ਕੱਢਣ ਲੱਗੇ ਆ ਮਿਨੀਮਮ ਵਰਕ ਡਨ। ਮਿਨੀਮਮ ਵਰਕ ਡਨ ਇਨ ਮੂਵਿੰਗ ਦਾ ਬੋਡੀ ਓਵਰ ਰਫ ਹੌਰੀਜ਼ੌਂਟਲ, ਤੇ ਮਿਨੀਮਮ ਵਰਕ ਉਦੋਂ ਬੰਨਾ ਜਦੋਂ ਤੁਹਾਡੀ ਅਪਲਾਈਡ ਫੋਰਸ ਇਹਦੇ ਇਕੁਅਲ। ਅਪਲਾਈਡ ਫੋਰਸ ਕਿਸੇ ਵੀ ਕੇਸ 'ਚ ਫ੍ਰਿਕਸ਼ਨਲ ਫੋਰਸ ਤੋਂ ਘੱਟ ਨਹੀਂ ਹੋ ਸਕਦੀ। ठीक है, ਉਹਦੇ ਘੱਟੋ ਘੱਟ ਅਸੀਂ ਬਰਾਬਰ ਦੀ ਅਪਲਾਈਡ ਫੋਰਸ ਜ਼ਰੂਰ ਲਗਾਵਾਂਗੇ। क्या ਆ ਗੱਲ ਸਮਝ ਲੱਗਦੀ ਪਈ? Yes, sir. Yes, sir. yes, sir. ਮੈਨੂੰ ਇਹ ਕਿਹਾ ਜਾਵੇ, ਜੇ ਮੈਨੂੰ ਇਹ ਕਿਹਾ ਜਾਵੇ ਬੋਡੀ ਆਪਾਂ ਮੂਵ ਵੀ ਕਰਾਣੀ ਆ ਤੇ ਐਕਸਲਰੇਟ ਵੀ ਕਰਾਣੀ ਆ, ਫਿਰ ਅਸੀਂ ਕਹਾਂਗੇ ਕਿ ਅਪਲਾਈਡ ਫੋਰਸ ਇਸ F ਤੋਂ ਗ੍ਰੇਟਰ ਲਗਾਓ। ਪਰ ਜੇ ਮੈਂ ਮਿਨੀਮਮ ਵਰਕ ਕੱਢਣਾ ਕਿ ਵੀ ਬੋਡੀ ਤੇ ਬਿਨਾ ਐਕਸਲਰੇਟ ਕੀਤੇ ਇੱਕ ਕਾਂਸਟੈਂਟ ਸਪੀਡ ਨਾਲ ਮੂਵ ਕਰਾਣਾ ਮੈਂ ਇਸ ਬੋਡੀ ਨੂੰ, ਤੇ ਜੇ ਮੈਂ ਕਾਂਸਟੈਂਟ ਸਪੀਡ ਤੇ ਮੂਵ ਕਰਾਣਾ ਤੇ ਇਹਦਾ ਮਤਲਬ ਹੋ ਗਿਆ ਤੁਹਾਡੀ ਅਪਲਾਈਡ ਫੋਰਸ ਇਸ F ਦੇ ਇਕੁਅਲ ਹੋਣੀ ਚਾਹੀਦੀ। क्या ਇੰਨੀ ਗੱਲ ਕਲੀਅਰ ਆ? Yes, sir. Yes, sir. ਚਲ Sir, ਜੀ ਸਾਡੇ ਫ੍ਰਿਕਸ਼ਨ ਐਕਸਕਿਊਜ਼ ਬੋਲੋ ਬੋਲੋ। ਸਾਡੀ ਸਰ ਜਿਹੜੀ ਆਪਾਂ ਫੋਰਸ ਲਾਣੇ ਪਏ ਆ ਫ੍ਰਿਕਸ਼ਨ ਦੇ ਬਿਲਕੁਲ ਇਕੁਅਲ ਆ, ਤੇ ਸਰ ਜੋ ਸਾਡੀ ਬੋਡੀ ਮੂਵ ਕਿੱਦਾਂ ਕਰੂਗੀ ਕਿਉਂਕਿ ਦੋਵੇਂ ਪਾਸੇ ਮਤਲਬ ਇੱਕ ਡਾਇਰੈਕਸ਼ਨ। ਤਾਕੇ ਨਿਊਟਨ ਦਾ ਫਰਸਟ ਲਾਅ ਇਹ ਕਹਿੰਦਾ ਬੋਡੀ ਜਿਹੜੀ ਹੈਗੀ ਆ ਕਾਂਸਟੈਂਟ ਸਪੀਡ ਤੇ ਮੂਵ ਕਰਾਣੀ ਹੋਵੇ ਤੇ ਨੈਟ ਫੋਰਸ ਨਹੀਂ ਚਾਹੀਦੀ। ਯੂਨੀਫਾਰਮ ਮੋਸ਼ਨ ਜੇ ਬੋਡੀ 'ਚ ਬਣਾਣੀ ਆ ਤੇ ਯੂਨੀਫਾਰਮ ਮੋਸ਼ਨ ਵੇਲੇ ਬੋਡੀ ਤੇ ਨੈਟ ਫੋਰਸ ਰਿਕੁਆਇਰਡ ਨਹੀਂ ਹੈਗੀ। ਬੋਡੀ ਰਿਮੇਨ ਟੂ ਬੀ ਇਨ ਦਾ ਸਟੇਟ ਆਫ ਰੈਸਟ ਔਰ ਇਨ ਦਾ ਸਟੇਟ ਆਫ ਯੂਨੀਫਾਰਮ ਮੋਸ਼ਨ। ਠੀਕ ਹੈ, ਇਹ ਦੋਨੋਂ ਸਟੇਟ ਜਿਹੜੀਆਂ ਬੋਡੀ ਦੀਆਂ ਨੈਟ ਫੋਰਸ ਤੋਂ ਬਿਨਾ ਬਣਾ ਸਕਦੇ ਅਸੀਂ। क्लियर है जी? यस Sir. सर। हाँ जी सर। चलो सो इस केस ਦੇ ਅੰਦਰ ਜੇ ਆਪਾਂ ਚੱਲੀਏ ਤੇ ਆਪਣੀ ਅਪਲਾਈਡ ਫੋਰਸ ਜਿਹੜੀ ਆ ਉਹ ਫੋਰਸ ਆਫ ਫ੍ਰਿਕਸ਼ਨ ਦੇ ਇਕੁਅਲ ਹੋਗੀ। ਆਪਾਂ F ਨੂੰ ਜਦੋਂ ਵੀ ਲਿਖਣਾ ਮੈਂ ਉੱਪਰ ਕਹਿ ਕੇ ਆਇਆ ਮਿਊ ਦੀ ਫਾਰਮ 'ਚ ਲੈ ਜਾਣਾ।
यानी एफ की थां ते आ जाएगा म्यू आर और आर की थां ते इस वेले कितना आएगा जी mg mg एम जी। ये दिमाग च रखियो जो इनकलाइंड सरफेस आ जो इनकलाइंड सरफेस आ उदो आर एम जी कॉस थीटा दे हमेशा बराबर होएगा जो हॉरिजॉन्टल सरफेस आ उदो आर एम जी दे इक्वल होएगा यानी इतने मेरे को आर की थां ते वैल्यू एम जी आ पुट अप कर दो अपना वर्क डन आ गया देयरफॉर वर्क डन का फार्मूला आ गया म्यू एम जी इनटू एस यानी इतना वर्क करना पड़ेगा जे मैं किसी बॉडी नो हॉरिजॉन्टल सरफेस पे मूव करा क्या इना क्लियर है यस सर yes sir यस सर जे कोई चीज नहीं क्लियर तो एक बार बोल दो बेटा हाँ जी करा कंटिन्यू yes sir यस चलो नेक्स्ट हैगा जेड़ा ਤੁਹਾਡੇ ਕੋ टॉपिक ਇਹਦੇ ਨਾਲ ਦਾ ਹੀ ਫੇਰ ਆਣਾ वो हैगा वर्क डन इन मूविंग द बॉडी ओवर एन इंक्लाइंड सरफेस हाँ जी फिगर वही रह जानी ठीक है इसे को कंप्लीट कर लांगे फिगर अपनी यही रहेगी बाकी फोर्सेस बाद चो बनाना टॉपिक दा हेडिंग हैगा एक्सप्रेशन फॉर वर्क डन expression for work done in moving a body up an inclined plane ਹੁਣ body ਕਿੱਧਰ ਲੈ ਕੇ ਜਾਣੀ ਆਪਾਂ body ਕਿੱਧਰ ਲੈ ਕੇ ਜਾਣੀ ਆਪਾਂ ਜੀ sir downwards inclined डाउन हैं फिर अपवर्ड लेके जावांगे अप्लाइड upward ਲੈ ਕੇ ਚੱਲੇ सर ਆਪਾਂ ऊपर ਜਿਹੜਾ ਕੇਸ ਬਣਾਉਣ ਲੱਗੇ ਉਹ ਚ ਇਹ ਕਹਿ ਰਹੇ ਕਿ ਜੇ ਇਨਕਲਾਈਨਡ ਪਲੇਨ ਤੇ ਅਪਵਰਡ ਲੈ ਕੇ ਜਾਣੀ ਜਲੰਧਰ ਗਏ ਹੋ ਕਦੀ yes sir हाँ जी सर ਗਏ ਹੋ ਬਸ ਦੋ ਗਏ ਕਿ ਬਾਕੀ ਵੀ ਗਏ Yes, sir. ਚਲੋ ਜਦੋਂ ਆਪਾਂ ਐਸਾ ਚ ਫਲਾਈਓਵਰ ਆਂਦਾ ਉੱਤੇ ਚੜਦੇ ਆ ਜਦੋਂ ਉਹ ਇੱਕ ਇਨਕਲਾਈਨਡ ਸਰਫੇਸ ਬਣ ਗਈ ओए फ्लाईओवर आंदा रमाडा तो अगे आवाज आ रही बेटा ਜਦੋਂ ਆਪਾਂ ਐਸਐਚ ਉਸ ਰੋਡ ਤੇ ਜਾਣੇ ਤੇ ਉਹ ਫਲਾਈਓਵਰ ਇੱਕ ਇਨਕਲਾਈਨਡ ਸਰਫੇਸ ਕੰਸੀਡਰ ਹੋ ਜੂ yes sir ਜਦੋਂ ਉਸ ਇਨਕਲਾਈਨਡ ਸਰਫੇਸ ਤੇ ਆਪਾਂ ਉੱਪਰ ਨੂੰ ਜਾਣਾ ਤੇ ਕਾਰ ਦਾ ਜ਼ੋਰ ਜ਼ਿਆਦਾ ਲੱਗਦਾ ਕਿ ਥੋੜਾ ਲੱਗਦਾ sir zyada ਜ਼ਿਆਦਾ ਉਹਨੇ ਇਹੀ ਹੁਣ ਉਹਦੇ ਵਿੱਚ ਦੋ ਕੇਸ ਬਣਾਉਣ ਲੱਗੇ ਆ ਠੀਕ ਹੈ ਪਹਿਲਾ ਕੇਸ ਲੈ ਰਹੇ ਕਿ ਜਦੋਂ ਆਪਾਂ ਇਨਕਲਾਈਨਡ ਸਰਫੇਸ ਦੇ ਅਪਵਰਡ ਡਾਇਰੈਕਸ਼ਨ ਚ ਮੂਵ ਕਰਦੇ ਪਏ ਹਨਾ ਤੇ ਮਿਨੀਮਮ ਮੇਰਾ ਉਦੋਂ ਵਰਕ ਡਨ ਕਿੰਨਾ ਹੋਏਗਾ ਠੀਕ ਆ ਹੁਣ ਇਸ ਵੇਲੇ ਜੇ ਇੱਥੇ ਆਪਾਂ ਫਿਗਰ ਵਾਈਜ਼ ਚਲੀਏ ਤੇ ਆਹ ਫੋਰਸਸ ਐਸ ਸੱਚ ਹੀ ਰਹਿਣੀਆਂ weight ਮੇਰੇ ਕੋਲ ਵਰਟੀਕਲੀ ਡਾਊਨਵਰਡ ਨਾਰਮਲ ਰਿਐਕਸ਼ਨ ਮੇਰੇ ਕੋਲ ਸਰਫੇਸ ਦੇ ਪਰਪੈਂਡੀਕੂਲਰ mg ਨੂੰ ਸਪਲਿਟ ਕਰਕੇ ਦੋ ਕੰਪੋਨੈਂਟ mg sin ਤੇ mg cos ਹੁਣ ਜਦੋਂ ਪੁੱਤ ਬੋਡੀ ਇਨਕਲਾਈਨਡ ਸਰਫੇਸ ਦੇ ਅਲੋਂਗ ਅਪਵਰਡ ਜਾਣੀ ਹੈ ਫ੍ਰਿਕਸ਼ਨ ਕਿੱਧਰ ਨੂੰ ਆਜੂ डाउन sir inclined plane पे downward inclined plane ਦੇ along but in downward direction यानी आ लाइन ਦੇ along मेरी फ्रिक्शन आ जाएगी f मेरे को इस साइड ਨੂੰ ਆ ਗਿਆ ਹੁਣ ਇਸ ਮੂਵਮੈਂਟ ਤੇ ਜੇ ਮੈਂ ਬੋਡੀ ਅਪਵਰਡ ਲੈ ਕੇ ਜਾਣੀ ਹੈ ਹਨਾ ਤੇ ਮੈਨੂੰ ਮਿਨੀਮਮ ਕਿੰਨੀ ਫੋਰਸ ਲਾਣੀ ਪਊਗੀ mg sin theta ਹਾਂਜੀ mg sin theta mg sin theta ਦਿਮਾਗ ਲਾਓ ਧਿਆਨ ਨਾਲ ਗਲਤ ਬੋਲ ਰਹੇ ਹੋ सर टोटल अप्लाइड फोर्स ਹਾਂਜੀ सर टोटल अप्लाइड फोर्स पूछ रहे ਹਾਂ हैं ਬਿਲਕੁਲ ਆਪਾਂ ਇੱਥੇ ਜੇ ਬੋਡੀ ਉੱਪਰ ਲੈ ਕੇ ਜਾਣੀ ਆ ਤੇ ਤੁਹਾਨੂੰ ਇਹਦਾ ਮਤਲਬ ਅਪਲਾਈਡ ਫੋਰਸ ਨੂੰ ਉੱਪਰ ਨੂੰ ਹੀ ਲਾਣੀ ਪਊਗੀ yes sir ਤੇ सर ਇਹ फ्रिक्शन भी ऐड होगी फोर्स ऑफ फ्रिक्शन ਸ਼ਾਬਾਸ਼ ਬਿਲਕੁਲ ਠੀਕ ਆ ਉਹ ਤਾਂ ਜਿਹੜੀ ਅਪਲਾਈਡ ਫੋਰਸ ਐਸ ਵੇ ਅਸੀਂ ਬੋਡੀ ਤੇ ਅਪਲਾਈ ਕਰਨੀ ਆ ਘੱਟੋ ਘੱਟ ਕਿੰਨੀ ਹੋਵੇ ਕਹਿੰਦਾ ਜੀ ਜੇ ਆ mg sin ਥੀਟਾ ਤੇ f ਦੇਖਾਂ ਇਹ ਦੋਨੋਂ ਫੋਰਸਸ ਬੋਡੀ ਨੂੰ ਥੱਲੇ ਖਿੱਚਦੀਆਂ ਹਨਾ ਤੇ ਇਹਦਾ ਮਤਲਬ ਜੇ ਮੈਂ ਬੋਡੀ ਅਪਵਰਡ ਲੈ ਕੇ ਜਾਣੀ ਆ ਐਕਸਲਰੇਟ ਨਾ ਵੀ ਕਰੇ
ਇਵਨ ਦੈਨ ਬੋਡੀ ਨੂੰ ਅਪਵਰਡ ਲੈ ਕੇ ਜਾਣ ਵਾਸਤੇ ਇਹਨਾਂ ਦੋਨਾਂ ਫੋਰਸਿਸ ਦੀ ਸਮ ਟੋਟਲ ਦੇ ਬਰਾਬਰ, ਜਿੰਨੀ ਟੋਟਲ ਡਾਊਨਵਰਡ ਫੋਰਸ ਆ ਘੱਟੋ ਘੱਟ ਉਨੀ ਫੋਰਸ ਤਾਂ ਉੱਪਰ ਨੂੰ ਲਾਵਾਂਗੇ। ਯੈਸ ਸਰ। ਠੀਕ ਆ, ਜੇ ਮੈਂ ਬੋਡੀ ਨੂੰ ਇਨਕਲਾਈਨਡ ਪਲੇਨ ਤੇ ਲੈ ਕੇ ਜਾਣਾ ਪਿਆ ਤੇ ਮੰਨ ਲਓ ਬੋਡੀ ਦੇ s ਮੀਟਰ ਤੁਸੀਂ ਕਵਰ ਕਰਾਏ ਆ, ਤੇ ਇਸ s ਮੀਟਰ ਕਵਰ ਕਰਾਉਣ ਦੀ ਮੇਰੀ ਜਿਹੜੀ ਅਪਲਾਈਡ ਫੋਰਸ ਆ ਉਹ ਘੱਟੋ ਘੱਟ mg sin ਥੀਟਾ ਪਲੱਸ f ਦੇ ਬਰਾਬਰ ਲੱਗੇ। ਉੱਤੇ ਆਵਾਜ਼ ਆ ਰਹੀ ਆ? कोई बच्चे आवाज आ रही? सर आपकी आवाज नहीं आ रही। हुण आ रही आवाज? हाँ जी आ रही है। यस सर। पता नहीं सिग्नल दी कोई हो रही। चलो ਇਹਦਾ ਮਤਲਬ ਮਿਨੀਮਮ ਅਪਲਾਈਡ ਫੋਰਸ ਜੇ ਇਸ ਵੇਲੇ ਤੇ ਅਪਲਾਈ ਕਰਾਂਗੇ ਆਪਾਂ ਇੱਥੇ ਡਿਫਰੈਂਟ ਫੋਰਸਸ ਸ਼ੋ ਆਫ ਕਰੀਏ। ਹੇਅਰ r ਜਿਹੜਾ ਹੋਏਗਾ ਉਹ mg cos ਥੀਟਾ ਦੇ ਬਰਾਬਰ ਆ, ਤੇ ਦੂਜੇ ਪਾਸੇ ਕਹਿੰਦਾ ਜੀ ਜਿਹੜੀ ਮਿਨੀਮਮ ਅਪਲਾਈਡ ਫੋਰਸ ਆ ਨਾ minimum applied force along the inclined plane चल रहा है कि ब्लिंक कर रहे हैं? मुझे लगा नेट स्लो है। हाँ जी बच्चे, यस सर। पता नेट की कोई प्रॉब्लम हुई आ रही है। चलो सो मिनिमम अप्लाइड फोर्स जी इनकलाइंड प्लेन दे आपां ऊपर लगानी है बेटा इस वेले, यानी इस p दी वैल्यू ठीक है वो अपने कोल एज सच जेडी होएगी mg sin थीटा प्लस f दे बराबर लगावांगे। यस सर। तो गल दिमाग च रखियो, जे बॉडी मेनू क्वेश्चन च कह दे अपवर्ड भी जा रही है ते एक्सेलरेट भी कर रही है, गल ध्यान नाल समझियो। बॉडी अपवर्ड भी लेके जानी ते एक्सेलरेशन भी होवे, फिर जेडी फोर्स तुहाडी अप्लाइड फोर्स होएगी ना वो mg sin थीटा प्लस f दे ता बराबर होएगी प्लस इहदे तो अलावा ma दे बराबर होर फोर्स लगेगी, ma दे बराबर होर फोर्स लगेगी ਜਿਹੜੀ ਬੋਡੀ ਨੂੰ ਅਪਵਰਡ ਇਨਕਲਾਈਨ ਤੇ ਐਕਸਲਰੇਟ ਵੀ ਕਰਾਏਗੀ। ਉਹਦੀ ਗੱਲ ਬਾਅਦ ਚੋਂ ਜੁੜਦਾ। ਇਸ ਵੇਲੇ ਅਸੀਂ ਲੈ ਰਹੇ ਕਿ ਜੇ ਮਿਨੀਮਮ ਫੋਰਸ ਲਗਾਈਏ ਜਿੰਨਾ ਬੋਡੀ ਇਨਕਲਾਈਨ ਸਰਫੇਸ ਦੇ ਅਲੋਂਗ ਜਾਵੇ ਉੱਪਰ ਹਨਾ, ਉਹਦੀ ਵੈਲਿਊ mg sin ਥੀਟਾ ਪਲੱਸ f ਦੇ ਇਕੁਅਲ ਆ। f ਦੀ ਵੈਲਿਊ ਸਬਸਟੀਟਿਊਟ ਕਰ ਦੋ, ਆਪਾਂ f ਡਿਫਾਈਨ ਕੀਤਾ μ r ਨੂੰ, ਔਰ r ਦੀ ਵੈਲਿਊ ਇਨਕਲਾਈਨਡ ਪਲੇਨ ਤੇ μ mg cos ਥੀਟਾ ਬਣ ਗਈ। ਕਲੀਅਰ ਆ ਵਾਲਾ ਸਟੈਪ? Yes sir. यस सर। बिल्कुल ਤੁਹਾਡੀ ਅਪਲਾਈਡ ਫੋਰਸ ਦੀ ਵੈਲਿਊ ਆ ਗਈ mg sin ਥੀਟਾ ਪਲੱਸ μ mg cos ਥੀਟਾ, ਯਾਨੀ ਆ ਮੇਰੀ ਟੋਟਲ ਅਪਲਾਈਡ ਫੋਰਸ ਆ ਤੇ ਇਹਦੇ ਅਕੋਰਡਿੰਗਲੀ ਆਪਾਂ ਵਰਕ ਡਨ ਕੱਢਣਾ ਨਾ। ਵਰਕ ਡਨ ਲਿਖਣਾ ਤਾਂ ਆਪਣੇ ਕੋਲ ਕੀ ਆ ਜਾਏਗਾ? ਵਰਕ ਡਨ ਇਹਦੇ ਵਿੱਚੋਂ ਸਰ ਆਪਾਂ mg ਕਾਮਨ ਲੈ ਲਈਏ ਨਾ। ਹਾਂਜੀ ਦੁਬਾਰਾ ਬੋਲੋ ਕੀ ਕਰ ਰਹੇ? ਇਹਦੇ ਵਿੱਚ mg ਕਾਮਨ ਲੈ ਲਈਏ ਨਾ। mg ਹਾਂ ਤਾਂ ਉਹਦਾ ਲੈ ਹੀ ਲਵਾਂਗੇ, ਇੱਥੇ ਆ ਕੇ ਉਹਨੂੰ ਕੱਢ ਦਾਂਗੇ ਨਾ। ਆਪਾਂ ਵਰਕ ਡਨ ਦਾ ਫਾਰਮੂਲਾ ਲਿਖਣਾ, ਵਰਕ ਡਨ ਹੁੰਦਾ ਅਪਲਾਈਡ ਫੋਰਸ ਇਨਟੂ ਡਿਸਪਲੇਸਮੈਂਟ। ਠੀਕ ਹੈ ਜੀ, ਅਪਲਾਈਡ ਫੋਰਸ ਦੀ ਵੈਲਿਊ ਬਣੀ ਪਈ ਇਨਟੂ ਐਸ ਹੀ ਕਰਨਾ ਬਸ ਆਪਾਂ। देयरफॉर अपने को इस केस के अंदर जे वर्क डन कटिए mg कॉमन काट लो sin थीटा प्लस म्यू cos थीटा इनटू s। आ मेरे को वर्क डन दी वैल्यू आ जू जदों हॉरिजॉन्टल सरफेस सीगी उते अपना वर्क डन म्यू mgs आया सी, और जेडी बॉडी इनक्लाइन सरफेस ते आई है बेटा हुन ओदा वर्क डन दा फार्मूला मेरे को mg इनटू sin थीटा प्लस म्यू cos थीटा इनटू s आ जाएगा। क्या इना क्लियर है? Yes sir. यस सर। g sin थीटा प्लस म्यू cos थीटा तो एक्सप्रेशन का फार्मूला बनने से ना अपना पिछले केस से sin थीटा g इनटू sin थीटा माइनस म्यू cos थीटा। ठीक है जी, वो मेरे को एक्सेलरेशन का फॉर्मूला प्लस नहीं सीगा वो माइनस ना सीगा। क्लियर है? ओके सर। हाँ जी सर। चलो ਹੁਣ ਇਸੇ ਦੇ ਅੰਦਰ ਜੇ ਆਪਾਂ ਇੱਕ ਸਿਰਫ ਲਾਸਟ ਕੇਸ ਹੋਰ ਲਿਖ ਲਈਏ ਨਿਊਮੈਰੀਕਲ ਵਾਸਤੇ।
ठीक है कि जो बॉडी इनकलाइन सरफेस ते जानी है, ठीक है जी। हुण ये बॉडी अपवर्ड जान लगे जिहड़ी नालों नाल एक्सेलरेट भी करे, यानी बॉडी च एक्सेलरेशन भी आनी चाहिए है बेटा। ते पुੱਤ उदों मेरे को आ जिहड़ियां डिफरेंट फोर्सेस दिखाइयां आपां, mg आ गया, r आ गया, ਇਹਦੇ opposite इस साइड ਨੂੰ मेरे को mg cos थीटा आ गया, ठीक है जी। इस लाइन ਦੇ along मेरे को mg sin थीटा ਤੇ फ्रिक्शन फोर्स आ गई। ਹੁਣ ਜੇ ਮੈਂ ਬॉडी ਅਪਵਰਡ ਇਨਕਲਾਈਨ ਤੇ ਐਕਸਲਰੇਟ ਕਰਾਣੀ ਹੈ ਤੇ ਜਿਹੜੀ ਅਪਲਾਈਡ ਫੋਰਸ ਹੋਏਗੀ ਕਿੰਨੀ ਲੱਗੇਗੀ, ਬੋਲੋ ਕੋਈ ਜਣਾ। ਸਰ m sin ਥੀਟਾ ਤੇ ਫ੍ਰਿਕਸ਼ਨ ਤੋਂ ਜ਼ਿਆਦਾ। ਆਹੋ ਲਿਖਾਂ ਕੀ ਆ ਜਿਹੜੀ ਮੀ ਅਪਲਾਈਡ ਫੋਰਸ ਆ ਇਹਦੀ ਵੈਲਿਊ ਕਿੰਨੀ ਲਿਖਾਂ, ਉਸ ਦਾ ਕਿੰਨੀ ਬਣ ਜੂਗੀ, mg sin ਥੀਟਾ plus f mg sin थीटा प्लस friction f फ्रिक्शन प्लस की कह रहे हैं चैतन्या, बोल सही बोल रहे हैं बेटा। ਸਰ ਮੈਂ ਕਿਹਾ ਸੀ mg sin ਥੀਟਾ plus f प्लस एफ, चलो वो तो आप पहले ला ही रहे हैं, कोई होर जाना बोलो। सर प्लस एम ए प्लस एम ए। ਹੁਣ ਜੇ ਪੁੱਤ ਇਥੋਂ ਇਦਾਂ ਬਣਾ ਲਓ, ਜੇ ਨਹੀਂ ਕਿਸੇ ਦੇ ਦਿਮਾਗ 'ਚ ਬੈਠ ਰਿਹਾ ਕਿ ਜੇ ਮੈਂ ਐਕਸਲਰੇਟ ਕਰਾਣਾ ਵਾ ਤੇ ਜਿਹੜੀ ਅਪਲਾਈਡ ਫੋਰਸ ਆ ਉਹਦੇ ਵਿੱਚੋਂ ਆ ਦੋਨੋਂ ਮਾਈਨਸ ਕਰ ਦਵਾਂ ਤੇ ਜਿਹੜੀ ਨੈਟ ਫੋਰਸ ਬਚੇਗੀ ਉਹੀ ਬਾਡੀ ਨੂੰ ਐਕਸਲਰੇਟ ਕਰਾਊਗੀ ਨਾ। यस सर ਜੇ ਮੈਂ ਇਸ ਵੇਲੇ ਇੱਥੇ ਨੈਟ ਫੋਰਸ ਦੀ ਇਕੁਏਸ਼ਨ ਲਿਖਣੀ ਹੋਵੇ, ਠੀਕ ਹੈ, ਇਸ ਕੇਸ ਦੇ ਅੰਦਰ ਆ ਆਪਣਾ ਟਾਪਿਕ ਕੰਪਲੀਟ ਹੋ ਚੁੱਕਾ ਹੈ ਤੇ ਜੇ ਮੈਂ ਐਕਸਲਰੇਸ਼ਨ ਵੀ ਨਾਲ ਲੈ ਕੇ ਚੱਲਣੀ ਹੈ ਤੇ ਮੇਰੀ ਜਿਹੜੀ ਨੈਟ ਫੋਰਸ ਹੋਏਗੀ ਉਹ ਅਪਲਾਈਡ ਫੋਰਸ ਦੇ ਵਿੱਚੋਂ mg sin ਥੀਟਾ plus f ਦੇ ਮਾਈਨਸ ਕਰਕੇ ਜੋ ਬਚੀ ਹੋਏਗੀ, ਮਤਲਬ ਜੇ ਟੋਟਲ ਡਾਊਨਵਰਡ 10 ਨਿਊਟਨ ਲੱਗੀ ਆ ਤੇ ਮੈਂ ਉੱਪਰ ਬਾਡੀ ਜਦੋਂ ਲੈ ਕੇ ਜਾਣੀ ਤੇ ਮਿਨੀਮਮ 10.1 ਤੇ ਲਾਉਂਗਾ। यस सर 10.1 ਦੇ ਵਿੱਚੋਂ 10 ਮਾਈਨਸ ਕਰ ਦਵਾਂ, ਜਿਹੜੀ ਮੇਰੇ ਕੋ ਨੈਟ ਫੋਰਸ ਬਚੀ ਉਹੀ ਆ ਐਕਸਲਰੇਸ਼ਨ ਰਹੇਗੀ। yes यस ਇਸ ਲਈ ਆਪਾਂ ਜੇ ਅਪਲਾਈਡ ਫੋਰਸ ਚੋਂ ਆ ਸਮ ਟੋਟਲ ਡਾਊਨਵਰਡ ਵਾਲੀ ਮਾਈਨਸ ਕਰੀਏ ਤੇ ਨੈਟ ਫੋਰਸ ਮੇਰੀ ਐਸ ਐਚ ਜਿਹੜੀ ਆ ਉਹ ਬਾਡੀ ਨੂੰ ਐਕਸਲਰੇਟ ਕਰਾਏਗੀ। ਇੱਥੇ ਜੇ ਐਫ ਦੀ ਥਾਂ ਤੇ ਮੈਂ ਐਮ ਏ ਲਿਖ ਲਵਾਂ ਤੇ ਇਧਰ ਮੇਰੇ ਕੋਲ ਪੀ ਮਾਈਨਸ ਐਮ ਜੀ ਸਾਈਨ ਥੀਟਾ ਪਲੱਸ ਐਫ ਦੀ ਥਾਂ ਤੋਂ ਦੀ ਵੈਲਿਊ ਭਰ ਦੋ ਜਿਹੜੀ ਉੱਪਰ ਬਣਾਈ ਸੀ ਆਪਾਂ, ਐਫ ਮਿਊ ਆਰ ਤੇ ਮਿਊ ਐਮ ਜੀ cos ਥੀਟਾ, ਮਿਊ ਐਮ ਜੀ cos ਥੀਟਾ ਇਨੀ ਟਰਮ ਆ ਜੂ ਤੇ ਆ ਸਾਰੀ ਟਰਮ ਇਧਰ ਲਿਆ ਕੇ ਜੇ ਮੈਂ ਪਲੱਸ ਕਰ ਲਵਾਂ ਤੇ ਆਪਣੀ ਜਿਹੜੀ ਅਪਲਾਈਡ ਫੋਰਸ ਆ ਉਹਦੀ ਵੈਲਿਊ ਲਿਖੋ ਤੇ ਅਪਲਾਈਡ ਫੋਰਸ ਦੀ ਵੈਲਿਊ ਆ ਗਈ ma plus mg into sin थीटा plus mu cos थीटा, इतनी वैल्यू आ जाएगी। yes sir yes sir यस सर ਉੱਪਰ ਲਿਖੀ ਸੀ ਟਰਮ, ਜਿੰਨੀ ਤੁਸੀਂ ਟਰਮ ਅਪਲਾਈਡ ਫੋਰਸ ਦੀ ਉੱਪਰ ਲਿਖੀ ਸੀ ਉਹਦੇ ਵਿੱਚ ਪਲੱਸ ma ਹੋਰ ਕਰ ਦਿਓ ਤੇ ਫਿਰ ਮੇਰੀ ਇਹ ਬਾਡੀ ਜਦੋਂ ਇਨਕਲਾਈਨਡ ਪਲੇਨ ਦੇ ਉੱਪਰ ਜਾਏਗੀ ਤੇ ਇਨਕਲਾਈਨਡ ਪਲੇਨ ਦੇ ਉੱਪਰ ਵੀ ਜਾਂਦੀ ਜਾਊ ਤੇ ਨਾਲ ਨਾਲ ਐਕਸਲਰੇਟ ਵੀ ਕਰਦੀ ਜਾਏਗੀ, ਯਾਨੀ ਉਹਦੀ ਸਪੀਡ ਵਧਾਉਂਦੀ ਵੀ ਜਾਏਗੀ ਤੇ ਉਦੋਂ ਮੈਨੂੰ ਇੰਨੀ ਐਡੀਸ਼ਨਲ ਫੋਰਸ ਹੋਰ ਰਿਕੁਆਇਰਡ ਹੋਏਗੀ। क्या आ क्लियर है? yes sir यस सर yes sir चलो सो ये मेरे को ऐसा एक न्यूमेरिकल वास्ते आ केस भी बन जाएगा, दिमाग च रखियो। जे इस पूरे टॉपिक कोई डाउट है तो एक बार बोलियो पहले। no sir clear है clear sir हाँ जी करा कंटिन्यू। yes sir यस सर हाँ जेड़ा लास्ट ज्वाइन कीता वा केड़ा लेना वा, जिन्हें सब तो लेट ज्वाइन कीता मैं शुरू दी अटेंडेंस मार्क कीती हुई आ, केड़ा लेना वा जेड़ा सब तो लेट ज्वाइन होया वा। नाम बोलो। यादवी, यादवी, यादवी मैंने किया है हाँ मैंने किया है सर ते लाडे बोलदा क्यों नहीं पुत्र, मैं तेन बुलाया रहेगा हैं, सुती रह गई सी। हाँ जी
ਨੈਕਸਟ ਆਪਣੇ ਕੋਲ ਜਿਹੜਾ ਹੈਗਾ ਪੁੱਤ ਟੌਪਿਕ ਫ੍ਰਿਕਸ਼ਨ ਦਾ ਲਾਸਟ ਟੌਪਿਕ ਆ ਜੀ। ਫ੍ਰਿਕਸ਼ਨ ਇਜ਼ ਅ ਨੈਸੈਸਰੀ ਇਵਲ। ਜਿਸ ਥਿਊਰੀ ਦਾ ਟੌਪਿਕ ਆ, ਟੌਪਿਕ ਉਹਨੇ ਇਹ ਬਣਾ ਲਿਆ, ਕਹਿੰਦਾ ਜੀ ਐਸ ਸਚ ਫ੍ਰਿਕਸ਼ਨ ਇਜ਼ ਅ ਨੈਸੈਸਰੀ ਇਵਲ। Friction is a necessary evil comment over the statement। ਇਹਨੂੰ क्वेश्चन फॉर्म ਚ ਲਿਖ ਦਿੱਤਾ। फ्रिक्शन एक necessary evil हैगी आ, वो कहना जी ਇਹਨੂੰ डिस्कस करो। ਤੇ ਪੁੱਤ फ्रिक्शन necessary evil ਇੱਕ ਪਾਸੇ ਤਾਂ ਅਸੀਂ necessary ਕਹਿ ਰਹੇ ਹਾਂ ਹਨਾ, ਦੂਜੇ ਪਾਸੇ ਅਸੀਂ ਕਹਿ ਰਹੇ ਹਾਂ ਉਹ evil ਵੀ ਆ। ਮਤਲਬ ਮੇਰੇ ਕੋਲ फ्रिक्शन ਜ਼ਰੂਰਤ ਆ ਮੇਰੀ, ਪਰ ਦੂਜੇ ਪਾਸੇ ਫ੍ਰਿਕਸ਼ਨ ਜਿਹੜੀ ਮੇਰੇ ਕੋਲ ਐਸਾ ਕਹਿੰਦਾ ਜੀ ਉਹ ਕਹਿ ਲਓ ਕਿ ਇੱਕ ਬੁਰਾਈ ਵੀ ਆ ਹਨਾ। ਹੁਣ ਇਹਨੂੰ ਕਿੱਦਾਂ ਆਪਾਂ ਜਸਟੀਫਾਈ ਕਰੀਏ ਇਸ ਵਰਡ ਨੂੰ? ਪੜਿਆ ਹੋਇਆ ਤੁਹਾਡਾ 9th ਵਿੱਚ ਇਹ ਚੀਜ਼। यस सर। ਕੀ ਮਤਲਬ ਹੈ ਇਸ ਟੌਪਿਕ ਦਾ? सर यही है कि सर ਸਰ ਜੇ friction- ਫ੍ਰਿਕਸ਼ਨ ਨਹੀਂ ਹੋਗੀ ਸਰ ਤੇ ਉਹ ਮਤਲਬ ਜੋ ਵੀ ਆਪਾਂ ਚੀਜ਼ ਰੱਖਾਂਗੇ ਕਿੱਥੇ ਵੀ ਉੱਤੇ ਸਰ ਮੂਵ ਵੀ ਕਰਦੀ ਰਹੂਗੀ। ਹੋਰ ਕੁਝ सर इसको इसलिए नेसेसरी इवल पाया क्योंकि सर ਉੱਚੀ ਬੋਲਿਆਗਾ ਜਪਿਤ। यस सर। सर इसको इसलिए नेसेसरी इवल कहा गया है क्योंकि सर हमारे बहुत ज्यादा काम फ्रिक्शन के बिना नहीं हो सकते, मगर दूसरी तरफ ये इवल इसलिए है क्योंकि फ्रिक्शन के कारण जो मतलब कि मशीनरी वगैरह को मतलब कि ऑब्जेक्ट्स की कंडीशन डिग्रेड होती है। ਚਲ ਯਾਨੀ ਸਿੰਪਲ ਜੇ ਵਰਡ ਲਈਏ ਤੇ ਇਹਦੇ ਵਿੱਚ ਟੌਪਿਕ ਇਹ ਹੈਗਾ ਕਿ ਐਡਵਾਂਟੇਜ ਤੇ ਡਿਸਐਡਵਾਂਟੇਜ ਆਫ ਫ੍ਰਿਕਸ਼ਨ। ਠੀਕ ਹੈ, ਤੁਹਾਡੇ ਸਿਰਫ ਪੜਨ ਵਾਲਾ ਟੌਪਿਕ ਆ ਕਿ ਫ੍ਰਿਕਸ਼ਨ ਦੀਆਂ ਐਡਵਾਂਟੇਜ ਕੀ ਨੇ ਤੇ ਫ੍ਰਿਕਸ਼ਨ ਦੀਆਂ ਡਿਸਐਡਵਾਂਟੇजेस ਕੀ ਨੇ। ਠੀਕ ਹੈ, ਐਡਵਾਂਟੇजेस ਦੇ ਅੰਦਰ ਚੇਤਨਿਆ ਨੇ ਜਿੱਦਾਂ ਬੋਲਿਆ ਸਭ ਤੋਂ ਪਹਿਲੀ ਤੇ ਇਹੀ ਆ, ਕਹਿੰਦਾ ਜੀ ਸਾਡਾ ਤੁਰਨਾ ਪੋਸੀਬਲ ਜਿਹੜਾ ਉਹ ਫ੍ਰਿਕਸ਼ਨ ਕਰਕੇ ਹੈ। ਯਾਨੀ ਵਾਕਿੰਗ ਆਫ ਅ ਮੈਨ ਕਹਿੰਦਾ ਜੀ ਇਟ ਇਜ਼ ਡਿਊ ਟੂ ਫ੍ਰਿਕਸ਼ਨ ਕਹਿੰਦਾ ਜੀ ਬਿਟਵੀਨ ਦਾ ਫੁੱਟ ਐਟ ਵੈਲ ਐਸ ਦਾ ਕਹਿੰਦਾ ਜੀ ਸਰਫੇਸ। ਜੇ ਪੁੱਤ ਫ੍ਰਿਕਸ਼ਨ ਇਨਵੋਲਵਡ ਨਹੀਂ ਹੈਗੀ ਹਨਾ, ਜਿਹਦਾ ਆਪਾਂ ਸਿੰਪਲੀ ਕਹਿੰਦੇ ਕਿ ਵੀ ਕਿਸੇ ਰੋਡ ਦੇ ਉੱਤੇ ਤੇਲ ਡੁੱਲਿਆ ਹੋਵੇ ਤੇ ਉੱਤੇ ਜੇ ਅਸੀਂ ਕਿਸੇ ਵਹੀਕਲ ਨੂੰ ਮੂਵ ਕਰਾਣਾ ਤਾਂ ਪੋਸੀਬਲ ਨਹੀਂ ਹੋ ਪਾਉਂਦਾ, ਸਕਿਡ ਕਰਦਾ। ਤੇ ਅਸੀਂ ਸਿੰਪਲ ਜਿਹਾ ਉੱਥੇ ਰੀਜ਼ਨ ਬੋਲਦੇ ਨੇ ਕਿਉਂਕਿ ਫ੍ਰਿਕਸ਼ਨ ਘਟ ਗਈ ਜੀ, ਇੱਥੇ ਫ੍ਰਿਕਸ਼ਨ ਪੂਰੀ ਨਹੀਂ ਹੈਗੀ ਇਸ ਲਈ ਸਕਿਡਿੰਗ ਹੋਈ। ਠੀਕ ਆ, ਇਹਦਾ ਮਤਲਬ ਫ੍ਰਿਕਸ਼ਨ ਜਿਹੜੀ ਉਹ ਸਾਡੇ ਲਈ ਐਸ ਸੱਚ ਹੈਲਪਫੁਲ ਵੀ ਹੈਗੀ ਆ। ਤੇ ਦੂਜੇ ਪਾਸੇ ਜੇ ਲੈ ਕੇ ਚੱਲੀਏ ਤਾਂ ਕਹਿੰਦੇ ਦੀਆਂ ਡਿਸਐਡਵਾਂਟੇਜ ਦੱਸ ਦੋ। ਤੇ ਨਾਰਮਲੀ ਜਦੋਂ ਮਸ਼ੀਨਰੀ ਦੇ ਦੋ ਪਾਰਟ ਆਪਸ ਦੇ ਵਿੱਚ ਰਗੜ ਖਾਂਦੇ ਆ, ਇੱਕ ਦੂਜੇ ਦੇ ਕੰਟੈਕਟ ਆਉਂਦੇ ਆ ਹਨਾ, ਤਾਂ ਅਸੀਂ ਕਹਿੰਦੇ ਮਸ਼ੀਨਰੀ ਦੇ ਪਾਰਟ ਦੀ ਜਿੰਨੀ ਵੇਅਰ ਐਂਡ ਟੀਅਰਨੈਸ ਆ, ਮਤਲਬ ਮਸ਼ੀਨਰੀ ਦੇ ਪਾਰਟ ਘਿਸਦੇ ਨੇ। ਠੀਕ ਆ, ਮਸ਼ੀਨਰੀ ਦੇ ਅੰਦਰ ਜਿਹੜਾ ਹੀਟਿੰਗ ਇਫੈਕਟ ਪ੍ਰੋਡਿਊਸ ਹੁੰਦਾ ਪਿਆ, ਇਹਦਾ ਮਤਲਬ ਆ ਤੁਹਾਡੀ ਮਕੈਨੀਕਲ એનર્ਜੀ ਹੀਟ ਦੀ ਫਾਰਮ ਚ ਲਾਸ ਹੁੰਦੀ ਪਈ। ਠੀਕ ਹੈ, ਸੋ ਇਹ ਮੇਰੇ ਕੋਲ ਐਸਐਚਓ ਦੀ ਡਿਸਐਡਵਾਂਟੇਜ ਆ। ਇਹਨੀ ਗੱਲ ਸਮਝ ਲੱਗੀ? Yes, sir. ਸੋ ਇਹ ਸਿਰਫ ਤੁਹਾਡੇ ਪੜਨ ਵਾਲਾ ਵਾ ਕਿ ਵੀ ਐਡਵਾਂਟੇਜ ਤੇ ਡਿਸਐਡਵਾਂਟੇਜ ਦੱਸੋ ਫ੍ਰਿਕਸ਼ਨ ਦੀ। ਤੇ ਇਹਦੇ ਨਾਲ ਹੀ ਉਹਨੇ ਇੱਕ ਟੌਪਿਕ ਇਦਾਂ ਹੀ ਫਿਰ ਜੋੜਿਆ, ਕਹਿੰਦਾ ਜੀ ਹਾਊ ਵੀ ਕੈਨ ਇਨਕਰੀਜ਼ ਔਰ ਡਿਕਰੀਜ਼ ਦਾ ਫ੍ਰਿਕਸ਼ਨ, suggest some method by which we can increase or decrease the friction। ਤੁਸੀਂ ਕਿਸੇ ਸਰਫੇਸ ਤੇ ਫ੍ਰਿਕਸ਼ਨ ਇਨਕਰੀਜ਼ ਕਰਨੀ ਆ, ਕੀ ਕਰੋਗੇ, ਕਿੱਦਾਂ ਵਧਾ ਸਕਦੇ? by Sir, oiling, oil will ਗੁਰਸਿਮਰਨ ਦੁਆਰਾ ਬੋਲ। sir, by oiling or greasing, ਓਏ ਪੁੱਤ ਮੈਂ ਕਿਹਾ ਇਨਕਰੀਜ਼ ਕਰਨੀ ਆ, ਡਿਕਰੀਜ਼ ਥੋੜਾ। ਉਹਨਾਂ ਤਾਂ ਡਿਕਰੀਜ਼ ਹੋਊਗੀ। ਤੁਹਾਡੇ ਕੋਲ ਤੁਹਾਡਾ ਗੇਟ ਜਿਹੜਾ ਘਰ ਦਾ ਨਹੀਂ ਬੰਦ ਹੁੰਦਾ ਪਿਆ, ਠੀਕ ਹੈ, ਤੇ ਮਮਾ ਕਹਿੰਦੇ ਕਿ ਇਹਨੂੰ ਤੇਲ ਦੇ ਦਿੰਦੇ ਆ, ਤੇ ਜਦੋਂ ਮੈਂ ਆਇਲਿੰਗ ਜਾਂ ਗਰੀਸਿੰਗ ਕਰਾਂਗਾ ਉਹਨਾਂ ਫ੍ਰਿਕਸ਼ਨ ਘਟੀ ਕਿ ਵਧੀ? कम होएगी ਸਰ ਡਿਕਰੀਜ਼ ਹੋਈ ਆ। ਮੈਂ ਇਹ ਪੁੱਛਿਆ ਕਿ ਇਨਕਰੀਜ਼ ਕਰਨੀ ਹੋਵੇ ਤੇ ਕੀ ਕਰੀਏ? सर ਇਨਕਰੀਜ਼ ਕਰ ਸਕਦੇ ਆ ਆਪਾਂ ਸਰ ਉਹਨੂੰ ਸਰ ਏਦਾਂ ਹੀ ਪਿਆ ਰਹਿੰਦਾ। यस सर कर सकते हैं ਕਿਦਾਂ? सर एंटी लुब्रिकेंट्स यूज सर जैसे कुछ ड्राइंग एजेंट यूज कर सकते हैं सर। ਚਲੋ ਇੱਕ ਸਿੰਪਲ ਜਿਹੀ ਐਗਜ਼ਾਮਪਲ ਆ, ਸੜਕ ਤੇ ਤੇਲ ਡੁੱਲਿਆ ਹੋਵੇ ਤੇ ਤੁਸੀਂ ਉੱਥੋਂ ਦੀ ਨਿਕਲਣਾ ਹੋਵੇ, ਕੀ ਕਰੋਗੇ? सर जरूरत ही नहीं है, ਹਾਂ, वो रफ सरफेस है बिल्कुल। ਸਾਈਡ ਤੋਂ ਨਿਕਲ ਜਾਓ ਹਨਾ ਬਈ। ਯੈਸ ਸਰ। sir. ਨਹੀਂ, ਆਪਾਂ ਇਹ ਕਹਿ ਰਹੇ ਜੇ ਮੰਨ ਲਓ ਉੱਤੇ ਤੇਲ ਡੁੱਲਿਆ ਹੋਇਆ ਹਨਾ, ਉਹ ਕਹਿੰਦਾ ਜੀ ਉੱਤੇ ਸੈਂਡ ਸਪਰੈਡ ਕਰ ਦਿਓ। ਆਪਾਂ ਕਹਿੰਦੇ ਉੱਤੇ ਰੇਤਾ ਮਿੱਟੀ ਸੁੱਟ ਦਿਓ ਉਹਦੇ ਉੱਤੇ, ਤੇ ਜੇ ਮੈਂ ਉਹਦੇ ਤੇ ਮਿੱਟੀ ਸੁੱਟਦਾ ਤੇ ਸਕਿਡਿੰਗ ਜਿਹੜੀ ਉਹ ਅਵੋਇਡ ਕਰੇਗਾ। यस सर। Yes, sir. ਇਹਦਾ ਮਤਲਬ ਹੋ ਗਿਆ ਜੇ ਸੈਂਡ ਸਪਰੈਡਿੰਗ ਕਰਦੇ ਪਏ ਹੋ ਤੇ ਤੁਸੀਂ ਇਹਦਾ ਮਤਲਬ ਆ ਫ੍ਰਿਕਸ਼ਨ ਨੂੰ ਉੱਥੇ ਐਸਐਚ ਇਨਕਰੀਜ਼ ਹੀ ਕਰ ਰਹੇ ਹੋ।
yes sir, Yes, sir. Yes, sir. ਦੂਜਾ ਮੈਥਡ ਲੈ ਲਓ ਕਿ ਰੋਲਿੰਗ ਨੂੰ ਜੇ ਸਲਾਈਡਿੰਗ ਚ ਬਦਲ ਦਵਾਂ। ਅਸੀਂ ਪਿੱਛੇ 2 ਵਰਡ ਪੜ੍ਹੇ ਸੀਗੇ, ਇੱਕ ਕੱਲ ਟੌਪਿਕ ਪੜ੍ਹਨ ਨੂੰ ਵੀ ਦਿੱਤਾ ਸੀ, ਕਾਜ਼ ਆਫ ਰੋਲਿੰਗ ਮੋਸ਼ਨ ਪੜਿਆ। yes sir, Yes, sir. Yes, sir, पढ़ा था sir. Yes, याद है. ਚਲੋ ਜਿਹਨਾਂ ਨੇ ਨਹੀਂ ਪੜਿਆ ਉਹ ਨਲਾਇਕੀ ਆ, ਇਹਨੂੰ ਅੱਜ ਪੜਨਾ ਹੀ, ਠੀਕ ਹੈ। ਤੇ ਉਹਦੇ ਵਿੱਚ ਵੀ ਆਪਾਂ ਐਸਐਚ ਲਈਏ ਕਿ ਆਪਾਂ ਕਿਹਾ ਸੀ ਰੋਲਿੰਗ ਇਜ਼ ਮਚ ਈਜ਼ੀਅਰ ਐਜ਼ ਕੰਪੇਅਰ ਟੂ ਸਲਾਈਡਿੰਗ। ਐਗਜ਼ਾਮਪਲ ਇਹ ਦਿੱਤੀ ਸੀ ਕਿ ਜੇ ਸਟੀਲ ਦੀ ਸ਼ੀਟ ਦੇ ਉੱਤੇ ਰੋਲ ਕਰਨਾ ਤੇ ਫ੍ਰਿਕਸ਼ਨ ਜਸਟ 1% ਹੋਏਗੀ ਸਲਾਈਡਿੰਗ ਨਾਲ। ਮਤਲਬ ਸਟੀਲ ਦੀ ਇੱਕ ਸ਼ੀਟ ਪਈ ਹੋਵੇ, ਜੇ ਮੈਂ ਸਲਾਈਡ ਕਰਕੇ ਘਸੀੜਨਾ ਹੋਵੇ ਤੇ ਜਿੰਨਾ ਜ਼ੋਰ ਉਦੋਂ ਲੱਗੇਗਾ ਤੇ ਉਹੀ ਸ਼ੀਟ ਜੇ ਮੈਂ ਰੋਲ ਕਰਕੇ ਲੈ ਕੇ ਜਾਵਾਂ, ਠੀਕ ਹੈ, ਤਾਂ ਜਿਹੜਾ ਜ਼ੋਰ ਲੱਗੇਗਾ ਉਹ ਸਲਾਈਡਿੰਗ ਨਾਲੋਂ ਸਿਰਫ ਕਹਿੰਦਾ 1% ਹੁੰਦਾ। ਇਹਦਾ ਮਤਲਬ ਆ ਨਾਰਮਲੀ ਅਸੀਂ ਫ੍ਰਿਕਸ਼ਨ ਘਟਾਣੀ ਹੋਵੇ ਹਨਾ, ਉਦੋਂ ਕਵਾਂਗੇ ਰੋਲ, ਆਪਾਂ ਸਲਾਈਡਿੰਗ ਨੂੰ ਰੋਲਿੰਗ ਚ ਬਦਲਦੀ। ਤੇ ਜੇ ਇਹ ਕਰਨਾ ਹੋਵੇ ਕਿ ਸਲਾਈਡ, ਆਵਾਜ਼ ਆ ਰਹੀ ਹੈ ਬੇਟਾ? Yes, sir. Yes, sir, आ रही है. yes sir, ਆ ਰਹੀ ਹੈ। ਓਕੇ ਜੀ, ਓਕੇ। ਹਾਂਜੀ, ਇਹਦੇ ਵਿੱਚ ਅਸੀਂ ਕਹਿ ਦਿੰਦੇ ਕਿ ਜੇ ਫ੍ਰਿਕਸ਼ਨ ਇਨਕਰੀਜ਼ ਕਰਨੀ ਹੈ ਨਾ ਤੇ ਫਿਰ ਤੁਸੀਂ ਐਸਐਚ ਰੋਲਿੰਗ ਜਿਹੜੀ ਆ ਉਹ ਸਲਾਈਡਿੰਗ ਚ ਕਨਵਰਟ ਕਰ ਦਿਓ, ਠੀਕ ਆ। ਤੇ ਜੇ ਫ੍ਰਿਕਸ਼ਨ ਮੈਂ ਰਿਡਿਊਸ ਕਰਨੀ, ਉਹਦੇ ਆਪਣੇ ਕੋਲ ਬਹੁਤ ਮੈਥਡ ਆ ਬੇਟਾ। ਕਿਸੇ ਕਹਿੰਦੇ ਆਇਲਿੰਗ ਕਰਦੇ ਹੋ, ਠੀਕ ਹੈ, ਜਦੋਂ ਤੁਸੀਂ ਆਇਲਿੰਗ ਕਰ ਦੋ, ਗਰੀਸਿੰਗ ਕਰ ਦੋ, ਉਸ ਮੈਥਡ ਨਾਲ ਫ੍ਰਿਕਸ਼ਨ ਅਸੀਂ ਰਿਡਿਊਸ ਕਰ ਲੈਂਦੇ। ਫਿਰ ਇਹਦੇ ਵਿੱਚ ਇੱਕ ਹੋਰ ਮੈਥਡ ਆ ਜਾਂਦਾ, ਬਾਈ ਸਟ੍ਰੀਮ ਲਾਈਨਿੰਗ ਦਾ ਸ਼ੇਪ ਆਫ ਦਾ ਬਾਡੀ। ਸਟ੍ਰੀਮ ਲਾਈਨਿੰਗ ਦਾ ਸ਼ੇਪ ਆਫ ਬਾਡੀ ਦਾ ਮਤਲਬ ਇਹ ਆ ਕਿ ਵੀ ਜਿਹੜੇ ਵਹੀਕਲ ਤੇ ਤੁਸੀਂ ਮੂਵ ਕਰਦੇ ਪਏ ਉਹਦੀ ਸ਼ੇਪ ਜਿਹੜੀ ਆ ਉਹ ਇਸ ਵੇ ਨਾਲ ਡਿਵੈਲਪ ਕੀਤੀ ਜਾਵੇ ਕਿ ਉਹਦੇ ਤੇ 에ਅਰ ਦੀ ਫ੍ਰਿਕਸ਼ਨ ਜਿਹੜੀ ਉਹ ਮਿਨੀਮਮ ਹੋਵੇ। ਯਾਨੀ ਜਿੱਦਾਂ ਆਪਾਂ ਐਗਜ਼ਾਮਪਲ ਕੋਡ ਕਰੀਏ ਕਿ ਵੀ ਤੁਸੀਂ ਸਕੂਟਰ ਚਲਾਉਂਦੇ ਪਏ ਹੋ ਤੇ ਦੂਜੇ ਪਾਸੇ ਕੋਈ ਜਣਾ ਮੇਰੇ ਕੋਲ ਐਸਾ ਚ ਮੋਟਰਸਾਈਕਲ ਚਲਾ ਰਿਹਾ, ਤੇ ਦੋਨਾਂ ਦੀ ਸ਼ੇਪ ਜੇ ਲੈ ਕੇ ਚੱਲੀਏ ਤੇ ਮੋਟਰਸਾਈਕਲ ਦੀ ਸ਼ੇਪ ਨੂੰ ਸਟ੍ਰੀਮ ਲਾਈਨ ਕੀਤਾ ਜਾਂਦਾ ਤਾਂ ਕਿ 에ਅਰ ਦੀ ਕਟਿੰਗ ਜਿਹੜੀ ਆ ਹਨਾ ਉਹਦੇ ਚ ਫ੍ਰਿਕਸ਼ਨਲ ਫੋਰਸ ਮੇਰੀ ਘੱਟ ਇਨਵੋਲਵ। ਅੱਜ ਇਹ ਪ੍ਰੋਬਲਮ ਆਈ ਆ ਰਹੀ, ਕੋਈ ਜ਼ੂਮ ਦੀ ਆ ਪ੍ਰੋਬਲਮ ਮੈਨੂੰ ਲੱਗਦਾ। ਚਲੋ ਉਹਦੇ ਚ ਇਹਦਾ ਮਤਲਬ ਇਹ ਹੋਏਗਾ ਕਿ ਵੀ ਆਪਣੇ ਕੋਲ ਜੇਕਰ ਐਸਐਚ ਸਟ੍ਰੀਮ ਲਾਈਨ ਕਰ ਦਿੰਨੇ ਬਾਡੀ ਦੀ ਸ਼ੇਪ ਨੂੰ, ਚਲ ਬਤੂ ਹੁਣ ਉਹ ਪੰਗੇ ਨਹੀਂ ਲੈਣੇ ਮੈਂ, ਕਿਉਂਕਿ ਹੁਣ ਮਿੰਟ ਰਹਿ ਗਏ 2, ਸਾਰੇ ਖਤਮ ਕਰੀਏ ਇਸ ਗੱਲ। Okay, sir. ਠੀਕ ਹੈ, ਇਹਦਾ ਮਤਲਬ ਰੋਲਿੰਗ, ਜੇਕਰ ਇੱਕ ਤਾਂ ਮੈਥਡ ਇਹ ਹੋ ਗਿਆ ਕਿ ਵੀ ਆਪਾਂ ਫ੍ਰਿਕਸ਼ਨ ਰਿਡਿਊਸ ਕਰਨੀ ਤੇ ਅਸੀਂ ਕਹਿੰਦੇ ਜੀ ਆਇਲਿੰਗ ਕਰ ਦਿਓ, ਗਰੀਸਿੰਗ ਕਰ ਦਿਓ। ਦੂਜਾ ਮੈਥਡ ਅਸੀਂ ਕਹਿ ਰਹੇ ਕਿ ਸਟ੍ਰੀਮ ਲਾਈਨਿੰਗ ਦਾ ਸ਼ੇਪ ਆਫ ਬਾਡੀ ਦੀ ਸ਼ੇਪ ਨੂੰ ਸਟ੍ਰੀਮ ਲਾਈਨ ਕੀਤਾ ਹੋਏਗਾ, ਠੀਕ ਹੈ, ਤੇ ਕਿਨੇ ਫ੍ਰਿਕਸ਼ਨ ਘਟਦੀ ਹੈ। ਤੀਜਾ ਅਸੀਂ ਉਹਦੇ ਚ ਲੈ ਲੈਨੇ ਕਿ ਕਨਵਰਟ ਦਾ ਸਲਾਈਡਿੰਗ ਫ੍ਰਿਕਸ਼ਨ ਇਨਟੂ ਰੋਲਿੰਗ। ਤੇ ਜੇ ਮੈਂ ਸਲਾਈਡਿੰਗ ਫ੍ਰਿਕਸ਼ਨ ਰੋਲਿੰਗ ਚ ਕਨਵਰਟ ਕਰ ਲਵਾਂ ਯੂਜ਼ਿੰਗ ਬਾਲ ਬੈਰਿੰਗ, ਕੱਲ ਦੱਸਿਆ ਹੋਇਆ ਚੀਜ਼ ਨੂੰ, ਠੀਕ ਹੈ, ਤੇ ਉਦੋਂ ਵੀ ਫ੍ਰਿਕਸ਼ਨਲ ਫੋਰਸ ਜਿਹੜੀ ਉਹ ਘਟ ਜਾਂਦੀ। ਇਹ ਕੁਝ ਇੱਕ ਮੈਥਡਸ ਨੇ ਬਾਈ ਵਿਚ ਵੀ ਕੈਨ ਇਨਕਰੀਜ਼ ਔਰ ਡਿਕਰੀਜ਼ ਦਾ ਫ੍ਰਿਕਸ਼ਨ। ਔਰ ਇੱਕ ਆਪਾਂ ਪਹਿਲਾਂ ਪੜ੍ਹਦੇ ਪਏ ਐਡਵਾਂਟੇਜ ਤੇ ਡਿਸਐਡਵਾਂਟੇਜ ਆਫ ਫ੍ਰਿਕਸ਼ਨ। ਕਿਆ ਇਹਨਾਂ ਕਲੀਅਰ ਆ? yes sir, yes sir, clear ਆ। ਚਾਹੀਦਾ ਸਾਰਿਆਂ ਦਾ। Yes, sir. Yes, sir. Yes, Yes. sir. Yes, sir. ਇੱਥੇ ਤੱਕ ਤੁਹਾਡੇ ਕੋਲ ਤੁਹਾਡੇ ਚੈਪਟਰ ਦੇ ਅੰਦਰ ਜਿਹੜਾ ਵਾ ਮੇਨ ਫ੍ਰਿਕਸ਼ਨ ਦਾ ਟੌਪਿਕ ਆ। ਜਿਹੜਾ ਨੈਕਸਟ ਟੌਪਿਕ ਸ਼ੁਰੂ ਕਰਾਂਗੇ ਉਹ ਆ ਜਾਣਾ ਤੁਹਾਡੇ ਕੋਲ ਡਾਇਨਾਮਿਕਸ ਆਫ ਸਰਕੂਲਰ ਮੋਸ਼ਨ। ਯਾਨੀ ਜੇ ਮੇਰੇ ਕੋਲ ਐਸਐਚ ਅਸੀਂ ਲਈਏ ਤੇ ਮੈਂ ਕਿਹਾ ਸੀ ਪੁੱਤ ਚੈਪਟਰ 2 ਪਾਰਟ ਚ ਹਾਫ ਟੌਪਿਕ ਫ੍ਰਿਕਸ਼ਨ ਦੇ ਪਹਿਲਾਂ ਚੱਲਣੇ ਆ ਔਰ ਅਗਲੇ ਟੌਪਿਕ ਜਿਹੜੇ ਉਹ ਸਰਕੂਲਰ ਮੋਸ਼ਨ ਦੇ ਆਣੇ ਹੋਣ, ਠੀਕ ਹੈ। ਕੱਲ ਉਹ ਸ਼ੁਰੂ ਕਰਾਂਗੇ ਆਪਾਂ ਨੈਕਸਟ ਕਲਾਸ ਦੇ ਅੰਦਰ। ਕਲੀਅਰ ਹੈ ਨਾ? Yes. Yes, sir. Yes, sir.